ਕਹਿੰਦਾ ਕਿ ਮੇਰਾ ਅੱਬਾ ਵਿੱਚ ਖੜਾ ਸੀ ਤੇ ਬੰਦਿਆਂ ਦੀ ਆਪਸ ਵਿੱਚ ਲੜਾਈ ਲੱਗੀ ਹੈ। ਕਹਿੰਦਾ ਭਾਈ 2 ਲੱਖ ਰੁਪਇਆ ਕਿੰਨੀ ਤਰੀਕ ਨੂੰ ਦੇਣਾ, ਤੂੰ ਬੜੀ ਹੋ ਗਈ। ਕਹਿੰਦਾ ਤੂੰ ਮੁਸ਼ਕਲ ਨਹੀਂ, ਤੂੰ ਮੈਨੂੰ 190 ਦੇ ਦੇ। ਠੀਕ ਆਪਸ ਚ ਬਹਿਸ ਲਾ ਰਹੀ ਹੁੰਦੀ, ਉਹ ਲੜਾਈ ਚ ਆ ਜਾਂਦਾ, ਉਹ ਬੰਦਾ ਵਿੱਚ ਆ ਜਾਂਦਾ। ਕਹਿੰਦਾ ਗੱਲ ਸੁਣ ਯਾਰ, ਮੁਸ਼ਕਲ ਨਹੀਂ ਹੈ, ਮੈਂ ਤੁਹਾਡੀ ਲੜਾਈ ਮੁਕਾ ਦਿੰਦਾ। ਮੁਸ਼ਕਲ ਨਹੀਂ ਹੈ ਭਾਈ, ਤੂੰ ਭਾਵੇਂ 2 ਲੱਖ ਰੁਪਏ ਦੇ ਦੇ, ਪਰ ਇਹਨੂੰ ਪੁਰਾਣੇ ਨੋਟ ਦੇ ਦੇ। ਕਹਿੰਦਾ ਕਹਿਣਾ ਪੈਸੇ ਨਹੀਂ ਦਿੰਦਾ। ਉਹ ਅਲਹਮਰਾ ਹਾਲ ਚ ਨਾ ਕੰਮ ਕਰਦਾ ਸੀ, ਲੋਰ ਜਿਹੜਾ ਸਟੇਟ ਰਾਮ ਦਾ। ਉਹ ਨਾ ਇੱਕ ਦਿਨ ਫੋਨ ਕਰਦਾ, ਕਹਿੰਦਾ ਯਾਰ ਦੱਸ ਤੂੰ ਉਹਨੂੰ ਪੈਸੇ ਦੇਣੇ ਨੇ ਕਿ ਨਹੀਂ ਦੇਣੇ। ਉਹ ਕਹਿੰਦਾ ਯਾਰ ਮੈਂ ਹਾਲ ਨੰਬਰ 1 ਚਾਹਾਂ ਕਿ 2 ਚਾਹਾਂ। ਉਹ ਕਹਿੰਦਾ ਨਾ ਹਾਲ ਨੰਬਰ 1 ਨਾ ਹਾਲ ਨੰਬਰ 2, ਤੇ ਤੂੰ ਹਰ ਹਾਲ ਚ ਪੈਸੇ ਦੇ। ਉਹ ਕਹਿੰਦਾ ਫਿਰ ਪੁੱਤਰ ਮੈਨੂੰ ਆਪਣੇ ਹਾਲ ਤੇ ਛੱਡ। ਕੋਈ ਚਾਚੇ ਦੀ ਦੁਕਾਨ ਸੀ ਆਪਣੇ ਫਰੂਟ ਮੰਡੀ ਦੀ। ਚਾਚੇ ਨੂੰ ਅਸੀਂ ਨਾ ਦੂਰ ਲੰਘ ਜਾਣਾ ਕਿ ਯਾਰ ਖੜਾ ਕਰੇਗਾ ਤੇ ਟਾਈਮ ਜ਼ਾਇਆ ਹੋਏਗਾ, ਤੇ ਲੇਕਿਨ ਅਸੀਂ ਦੂਰੋਂ ਕਹਿਣਾ ਜੀ ਸਲਾਮ ਅਲੈਕਮ ਚਾਚਾ ਜੀ, ਉਹ ਅਸੀਂ ਦੂਰ ਹੀ ਲੰਘ ਜਾਣਾ। ਤੇ ਇੱਕ ਦਿਨ ਅਸੀਂ ਨਾ ਕੋਲ ਖੜੇ ਆ, ਕੁਦਰਤੀ ਖੜੇ ਹੋ ਗਏ, ਤੇ ਚਾਚੇ ਨੂੰ ਇੱਕ ਮੁੰਡਾ ਕਹਿੰਦਾ ਚਾਚਾ ਜੀ ਤੁਸੀਂ ਕਦੀ ਸਾਨੂੰ ਕੋਲ ਖੜਿਆ ਨਹੀਂ ਕੀਤਾ, ਗੱਪਸ਼ਪ ਨਹੀਂ ਲਈ। ਉਹਨੇ ਕਿਹਾ ਪੁੱਤਰ ਤੁਹਾਡੇ ਨਾਲ ਕੀ ਗੱਲ ਕਰੀਏ, ਤੁਹਾਡੀ ਤੁਰਨ ਦੀ ਸਪੀਡ 100 ਕਿਲੋਮੀਟਰ ਹੈ, ਮੇਰੀ ਸਲਾਮ ਦੀ ਸਪੀਡ ਹੈ 80 ਕਿਲੋਮੀਟਰ, ਕਿਵੇਂ ਸਲਾਮ ਤੁਹਾਡੇ ਤੱਕ ਪਹੁੰਚੇ? ਤੁਹਾਡੀ ਸਪੀਡਾਂ ਹੀ ਅੱਜ ਦੀਆਂ ਹੁੰਦੀਆਂ ਭਾਈ, ਮੇਰੀ ਨਹੀਂ ਰਲ ਸਕਦੀ ਸਲਾਮ ਤੁਹਾਡੇ ਤੇ। ਇਹ ਜਿਹੜੀ ਜਮਾਤ ਵਾਲੇ ਸਹਿਰ ਰੋਜ਼ਾ ਵਗੈਰਾ ਲਾਉਂਦੇ ਨੇ ਦੀਨ ਵਿੱਚ, ਚਿੱਲਾ ਤਬਲੀਗ ਜਮਾਤ ਵਾਲੇ, ਤੇ ਮੈਂ ਇੱਕ ਦਫਾ ਕੇ ਲਾਇਆ ਨਹੀਂ। ਉਹ ਨਾ 3 ਰੋਜ਼ਾ ਹੁੰਦਾ ਹੈ। ਤੇ ਵਾਲਾ ਸਾਹਿਬ ਦੇ ਦੋਸਤ ਰਫੀਕ ਸਾਹਿਬ, ਉਹੀ ਉਹਨਾਂ ਨੂੰ ਨਾ ਵਜ਼ੀਦ ਹੁੰਦੇ ਨੇ ਕਿ ਆਪਣੇ ਪੁੱਤਰ ਨਾਲ ਤੁਸੀਂ ਸਹਿਰ ਰੋਜ਼ਾ ਵਗੈਰਾ ਲਵਾਓ। ਲਾਹੌਰ ਵਿੱਚ ਮਸਜਿਦ ਇਬਰਾਹੀਮ ਹੁੰਦੀ ਹੈ, ਉੱਥੇ ਮੈਂ ਜਾਣਾ, ਪਹਿਲੀ ਦਫਾ ਹੀ ਜਾਣਾ। ਉੱਥੇ ਜੇ ਅਸੀਂ ਬੈਠੇ ਹੁੰਦੇ ਨਾ, ਤੇ ਮੈਨੂੰ ਉੱਥੇ ਕੋਈ 7 ਤੋਂ 8 ਦੋਸਤ ਨਾਲ ਇੱਕ ਗੈਂਗ ਹੁੰਦਾ, ਉਹ ਨਜ਼ਰ ਆ ਜਾਂਦਾ। ਮੈਂ ਦੁਆ ਸਲਾਮ ਲੈਣਾ, ਮੈਂ ਕਹੀ ਯਾਰ ਤੁਸੀਂ ਕਿੱਧਰ ਨੂੰ ਦੱਸੋਗੇ? ਕਹਿੰਦਾ ਬਸ ਯਾਰ ਅਸੀਂ ਵੀ ਪਹਿਲੀ ਦਫਾ ਆਏ ਆ, ਮੇਰੇ ਭਾਈ ਦੇ ਦੋਸਤ ਨੇ ਰਫੀਕ ਸਾਹਿਬ, ਇੱਕ ਕਹਿੰਦਾ ਮੇਰੇ ਚਾਚੂ ਦੇ ਨੇ, ਇੰਜ ਹੀ ਇਕੱਠੀ ਕ੍ਰਿਕਟ ਖੇਡਣ ਤੇ ਸਾਨੂੰ ਲੈ ਆਏ ਨੇ। ਮੈਂ ਉਹਨਾਂ ਨੂੰ ਕਹਿਣਾ ਕਿ ਯਾਰ ਇਸ ਤਰ੍ਹਾਂ ਕਰਨੇ, ਇੱਕ ਜਗ੍ਹਾ ਇਕੱਠੇ ਰਹੀਏ, ਸਾਡੀ ਇੱਕ ਜਗ੍ਹਾ ਕਿਤੇ ਤਸ਼ਕੀਲ ਹੋਏਗੀ, ਇਕੱਠੇ ਚਲੇ ਜਾਵਾਂਗੇ। ਹੁਣ ਉਹਨਾਂ ਦਾ ਕੀ ਕੁਲੀਆ ਹੁੰਦਾ ਵਾ ਕਿ ਹਰ ਜਮਾਤ 'ਚ ਅਗਰ 10 ਬੰਦੇ ਰੱਖੇ ਨੇ, ਤੇ ਉਸ ਜਮਾਤ 'ਚ ਇੱਕ ਹੀ ਨਵਾਂ ਰੱਖਣਗੇ, ਹਰ ਜਮਾਤ 'ਚ ਇੱਕ ਹੀ 2 ਹੀ ਨਵਾਂ ਰੱਖਣਗੇ। ਉਹ ਬੰਦੇ ਤਸ਼ਕੀਲ 'ਚ ਹੋਏ ਨੇ 2 ਇਹਦੇ ਵਿੱਚ, ਤੇ 2 ਜਾਂਦੇ ਤੇ ਜਮਾਤ ਚਲੀ ਜਾਂਦੀ ਹੈ। ਰਫੀਕ ਸਾਹਿਬ ਆਉਂਦੇ ਨੇ, ਉਹ ਜਮਾਤ ਨਾਲ ਨਹੀਂ ਗਿਆ। ਅੱਛਾ ਮੈਂ ਤੇ ਰਫੀਕ ਭਾਈ ਉੱਥੇ ਵਾਸ਼ਰੂਮ ਚਲਾ ਗਿਆ, ਯਾਰ ਕਿਸ ਤਰ੍ਹਾਂ ਦੇ ਬੰਦੇ ਤੁਸੀਂ? ਅੱਛਾ ਚਲੋ ਹੁਣ ਬੈਠੋ। ਹੁਣ ਵੇਖੇ ਜਮਾਤਾਂ ਜਮੂਤਾਂ ਨਿਕਲ ਗਈਆਂ, ਟਾਈਮ ਜ਼ਾਇਆ ਜ਼ਿਆਦਾ ਹੋ ਗਿਆ, ਤੇ ਉਸੇ ਜਮਾਤ ਵਿੱਚ ਹੀ ਕਰ ਦਿੰਦੇ ਨੇ। ਉਹ ਜਮਾਤ ਬਣ ਜਾਂਦੀ ਕੋਈ 19 ਬੰਦਿਆਂ ਦੀ, ਨਹੀਂ ਤੇ 10 12 13 ਦੀ ਬਣਦੀ। ਉਹ ਜੇ ਅਸੀਂ 7 ਪਹਿਲੀ ਦਫਾ ਨਵੇਂ, ਸਾਨੂੰ ਕਹਿੰਦੇ ਚਲੋ ਇੱਥੇ ਚਲੇ ਜਾਓ। ਉੱਥੇ ਸਾਡੇ ਅਮੀਰ ਸਨ ਵਕਾਰ ਭਾਈ, ਉਹ ਬੰਦੇ ਨੇ, ਅਸੀਂ ਚਲੇ ਜਾਂਦੇ ਹਾਂ। ਫਾਤਮਾ ਮਸਜਿਦ ਸੀ ਬੈਂਕ ਸਟਾਪ ਲਾਹੌਰ, ਉੱਥੇ ਹੀ ਚਲੇ ਜਾਂਦੇ ਹਾਂ। ਉੱਥੇ ਜਾਂਦੇ ਹਾਂ ਤੇ ਉੱਥੇ ਸਾਹਮਣੇ ਨਾ ਇਹੀ ਝੁੱਗੀਆਂ ਵਾਲੀ ਦੀ ਬਸਤੀ ਸੀ। ਅਸੀਂ ਉੱਥੇ ਜਾਂਦੇ ਹਾਂ, ਅੰਦਰ ਜਾ ਕੇ ਨਾ ਅਸੀਂ ਲੰਮਾ ਪੈਂਦੇ, ਤੇ ਉੱਥੇ ਨਾ ਅਸੀਂ ਜਦੋਂ ਬਾਹਰੋਂ ਦੀ ਅੰਦਰ ਐਂਟਰ ਹੁੰਦੇ ਨਾ, ਅਸੀਂ ਵੇਖਿਆ ਆਲੇ ਦੁਆਲੇ ਨਾ ਬਾਦੀਆਂ ਨੇ, ਚੰਗੜਾ ਦੀ ਬਾਦੀ ਹੈ, ਤੇ ਖੋਲੇ ਛੋਟੇ ਜਿਸ ਤਰ੍ਹਾਂ ਹੁੰਦੇ ਨੇ ਖਾਲੀ ਪਲਾਟ ਵਗੈਰਾ। ਅੰਦਰ ਸਾਰੇ ਬਿਸਤਰੇ ਲਾ ਲੈਂਦੇ ਨੇ, ਬਿਸਤਰੇ ਲਾਉਂਦੇ ਨਾ, ਤੇ ਬੰਦਾ ਜਦੋਂ ਲੰਮਾ ਪੈਂਦਾ, ਮੇਰੇ ਜਾਣਨ ਵਾਲੇ ਯਾਰ ਦੋਸਤ ਹੁਣ ਵੇਖਣਾ ਕਿ ਯਾਰ ਜਿਹੜੇ ਬੰਦੇ ਦਾ ਨਾ ਉੱਥੇ ਸਿਰ ਪਿਆ ਨਾ, ਉੱਥੋਂ ਨਾ ਉੱਤੇ ਨਾ 2-3 ਇੱਟਾਂ ਨਾ ਉਖੜੀਆਂ ਨੇ। ਐਵੇਂ ਜ਼ੇਨ ਸ਼ਰਾਰਤ ਹੁੰਦੀ ਹੈ। ਮੈਂ ਨਾ ਵੀ ਇੰਜ ਚੁੱਪ ਕਰਕੇ ਮੇਨ ਗੇਟ ਤੋਂ ਬਾਹਰ ਜਾਣਾ, ਦਰਵਾਜ਼ਾ ਖੋਲ੍ਹਣਾ, ਤੇ ਪਿੱਛੇ ਨਾ ਇੱਟ ਨਿਕਲ ਜਾਂਦੀ ਹੈ, ਮੈਂ ਉਹਨਾਂ ਨੂੰ ਮੁੰਡੇ ਨੂੰ ਹੱਥ ਪਾ ਦੇਣਾ, ਉਹ ਸ਼ੁਰੂ ਕਰ ਦਿੰਦਾ ਕਿਹੜੀ ਸ਼ੈ ਨੇ ਯਾਰ, ਉਹ ਚੀਕਾਂ ਮਾਰਦਾ। ਮੈਂ ਦੌੜਦਾ ਨਾ ਬਾਹਰੋਂ ਜਾਣਾ, ਤੇ ਵਾਸ਼ਰੂਮ ਹੁੰਦੇ ਨੇ, ਸਿੱਧਾ ਉੱਥੇ ਵੜ ਜਾਣਾ, ਆਰਾਮ ਨਾਲ ਕੁੰਡਾ ਬੰਦ ਕਰ। ਜਦੋਂ ਇੱਕ ਸਾਹ ਚੀਕਾਂ ਤੇ ਬੱਤੀਆਂ ਬਾਲ ਜਾਂਦੀਆਂ ਨੇ, ਤੇ ਬੁਖਾਰ ਸਭ ਮੇਰ ਖੁੱਲਾ ਉਸ ਉਹਦੇ ਫੂਕਾਂ ਮਾਰੇ ਨਾਲ ਤੇ ਪਾਸੇ ਪੜ ਗਏ। ਮੈਂ ਅੰਦਰੋਂ ਘਬਰਾ ਜਾਂਦਾ ਕਿ ਯਾਰ ਆ ਜਾ ਕੇ ਦਿਸਦੀ ਹੈ ਬੱਚੇ ਨੂੰ ਕੱਢ ਦੇਣਗੇ, ਘਰ ਭੇਜਣੇ, ਘਰ ਚ ਮੈਂ ਹੁਣ ਅੰਦਰ ਆ ਜਾਣਾ। ਅੰਦਰ ਨਾ ਮੈਂ ਚੁੱਪ ਕਰਕੇ ਬਹਿ ਜਾਣਾ। ਉਹ ਮੀਰ ਸਾਹਿਬ ਨਾ ਉਹਨੂੰ ਕਹਿੰਦੇ ਤੂੰ ਇੱਧਰ ਸੋ ਜਾ, ਮੈਂ ਇੱਧਰ ਸੋ ਜਾਣਾ, ਮੁਸ਼ਕਲ ਨਹੀਂ। ਉਹਨੂੰ ਨੀਂਦਰ ਨਾ ਪਈ, ਤਾਂ ਮੀਰ ਸਾਹਿਬ ਬਹਾਦਰ ਬਣ ਕੇ ਲੰਮਾ ਪੈ ਜਾਂਦੇ, ਦੇਖਦੇ ਮੇਰਾ ਬੜਾ ਕਰਦਾ ਬਾਅਦ ਜਿਹੜਾ ਦੀ ਕੱਢਾਂ, ਫਿਰ ਮੈਨੂੰ ਇਹ ਕਿ ਮੇਰੀ ਨਾ ਬਾਅਦ ਚੋਂ ਨਿਕਲ ਜੇ। ਇਹ ਸੋ ਜਾਂਦੇ, ਸਵੇਰੇ ਉੱਠਣੇ ਆ, ਤੇ ਸਾਨੂੰ ਨਾ ਉਹ ਕਹਿੰਦੇ ਨੇ ਕਿ ਇਸ ਤਰ੍ਹਾਂ ਮੈਂ ਸਾਰੇ ਨਾ ਆਪਣੀ ਨਾ ਪ੍ਰੈਕਟਿਸ ਕਰ ਲਓ। ਹੁਣ ਸਾਨੂੰ ਨਾ ਕਹਿੰਦੇ ਨੇ ਗਸ਼ਤ ਕਿੰਨੇ ਕਰਨਾ ਹੈ, ਤਲੀਮ ਚੀਜ਼ਾਂ ਸਾਨੂੰ ਵੜਦੀਆਂ ਨੇ। ਤੇ ਉਹ ਮੈਨੂੰ ਕਹਿੰਦਾ ਠੀਕ ਹੈ ਤੂੰ ਨਾ ਮੁਤਕੱਲਮ ਬਣ ਜਾ, ਤੂੰ ਬਾਹਰ ਦੱਸਦੇ ਆ। ਮੈਂ ਬਾਹਰ ਜਾਣਾ ਤੇ ਚੰਗੜ ਮਿਲਦੇ ਨੇ, ਤੇ ਨਾਲ ਨਾ ਇੱਕ ਮੇਰਾ ਮੁੰਡਾ ਸੀ, ਉਹ ਜਿਹੜਾ ਮੈਚ ਖੇਡਦਾ ਨੇ, ਉਹਨੇ ਜੂਆ ਲਾ ਕੇ ਮੈਚ ਖੇਡਦਾ ਨੇ, ਉਹ ਚੰਗੜਾ ਨਾਲ ਪਹਿਲੇ ਵੀ ਖੇਡਿਆ ਦਾ।
ਤੇ ਉਹ ਉਹਨਾਂ ਨੂੰ ਕਹਿੰਦਾ ਕਿ ਇਸ ਤਰ੍ਹਾਂ ਕਰੋ ਕਿ ਤੂੰ ਨਾ ਸਾਡਾ ਮੈਚ ਖੇਡ। ਉਹ ਆਪਸ ਵਿੱਚ ਨਾ ਸਾਡਾ ਨਾ ਮੈਚ ਫਿਕਸ ਹੋ ਜਾਂਦਾ। ਕਹਿੰਦਾ ਕੱਲ ਜੁਮਾ ਹੈ ਨਾ, ਤੇ ਕੱਲ ਦਾ ਜੁਮੇ ਤੋਂ ਬਾਅਦ ਦਾ ਜਾਂ ਸਵੇਰ ਦਾ ਫਸਟ ਟਾਈਮ ਦਾ ਮੈਚ ਰੱਖ ਲੈਂਦੇ ਨੇ ਆਪਸ। ਕਹਿੰਦਾ ਕਿੰਨੇ ਦੀ ਲੱਗੀ? ਕਹਿੰਦਾ 500। ਮੈਚ ਫਿਕਸ ਹੋ ਜਾਂਦਾ। ਤਬਲੀਗ ਕਰਨ ਗਏ ਇਹਦੇ ਮੈਚ ਹੁਣ ਸਾਡਾ ਫਿਕਸ ਹੋ ਗਿਆ। ਤੇ ਉਹ ਨਾ ਆ ਕੇ ਕਹਿੰਦਾ ਮੈਂ ਉਹਨਾਂ ਨੂੰ ਕਹਿ ਦਾਂਗਾ 6-7 ਅਸੀਂ ਹੈ ਵਾ, 2-4 ਬਾਹਰੋਂ ਮੰਗੀ ਤੇ ਕਰ ਲਾਂਗੇ, ਤੇ 8-9 ਮੁੰਡਿਆਂ ਦਾ ਮੈਚ ਕਰ ਲਾਂਗੇ। ਹੁਣ ਅਸੀਂ ਆਏ ਨੇ ਆ ਕੇ ਨਾ ਅਸਰ ਤੋਂ ਬਾਅਦ ਨਾ ਮਗਰਬ ਤੋਂ ਪਹਿਲੇ ਨਾ ਸਾਡੇ ਅਮੀਰ ਸਾਹਿਬ ਕਹਿੰਦੇ ਨੇ ਅੱਛਾ ਇਸ ਤਰ੍ਹਾਂ ਕਰਨਾ ਕਿ ਉੱਠ ਕੇ ਨਾ ਮਗਰਬ ਤੋਂ ਪਹਿਲੇ ਤੁਸੀਂ ਇੱਕ ਬੰਦੇ ਨੂੰ ਲਾਈਨ ਬੋਲਣੀ ਹੁੰਦੀ ਹੈ। ਮੈਨੂੰ ਹਜੇ ਤੱਕ ਲਾਈਨ ਯਾਦ ਹੈ। ਮਗਰਬ ਦੀ ਜਮਾਤ ਖਤਮ ਹੋ ਜੀ ਸਲਾਮ ਫੇਰ ਲੈਣੀ। ਉੱਠ ਕੇ ਇੱਕ ਬੰਦੇ ਨੇ ਕਹਿਣਾ मेरे प्यारे भाइयों, अल्लाह ताला ने आपकी बल्कि हम सब की कामयाबी अल्लाह ताला ने दीन में चलने में रखी है। दीन क्या है? हजूर पाक सल्लल्लाहु अलैहि वसल्लम की सुन्नत और अल्लाह ताला के अहकामात पर चलने का नाम दीन है। तो भाइयों, ये दीन हमारी ज़िंदगी में कैसे आएगा? इसके लिए मेहनत की ज़रूरत है। इसी मेहनत के बारे में बाकी नमाज के बाद बात होगी, तशरीफ रख के इंशाल्लाह बहुत फ़ायदा होगा। ऐसा उन्होंने रट्टा लवांदे एक मुंडा ਉਹਨੂੰ ਰੱਟਾ ਲਵਾਉਂਦੇ ਤੂੰ ਇਹ ਵਾਲਾ ਕਹਿਣਾ। ਮੈਨੂੰ ਹੁਣ ਯਾਦ ਹੋ ਗਿਆ ਤਾਂ ਸੀ ਤੇ ਮੈਂ ਲੇਕਿਨ ਉਹ ਜਿੰਨੂੰ ਵੀ ਕਹਿਣ ਕਿ ਤੂੰ ਕਹਿ ਲੈ, ਉਹ ਕਹਿੰਦਾ ਠੀਕ ਹੈ। ਹੁਣ ਮਗਰਬ ਦੀ ਨਾ ਹਜੇ ਨਾ ਨਮਾਜ਼ ਹੋ ਰਹੀ ਹੈ ਤੇ ਹਜੇ ਨਾ ਤਹਿਯਾਤ ਤੋਂ ਵੇਸੀ ਹੁਣ ਉਹਨੂੰ ਇਹ ਕਿ ਮੈਂ ਖਲੋ ਕੇ ਕਹਿਣਾ ਤੇ ਟੈਨਸ਼ਨ ਲੈ ਜਾਂਦਾ। ਉਹ ਤਹਿਯਾਤ ਤੋਂ ਜਨਾ ਬੋਲਣਾ ਸ਼ੁਰੂ ਕਰ ਦਿੰਦਾ, ਯਾਦ ਕਰਨਾ ਸ਼ੁਰੂ ਕਰਦਾ, ਹਜ਼ਰਾਤ ਮੇਰੀ ਇਹ ਮੈਂ ਖੜੇ ਹੋ ਕੇ ਕਹਿਣਾ। ਹਜੇ ਉਹ ਹਾਂ ਹਜੇ ਇੱਕ ਪਾਸੇ ਸੱਜੇ ਸਲਾਮ ਹੁੰਦੀ ਉਹ ਪਹਿਲੇ ਹੀ ਖਲੋ ਜਾਂਦਾ हजरात आपकी हजूर पाक सल्लल्लाहु अलैहि वसल्लम की हमारी जिंदगी कामयाबी अल्लाह ताला ने रखी है। तो मगरिब के बाद इंशाल्लाह इशा की जमात होगी, तशरीफ रखें, इंशाल्लाह अल्लाह ताला आपको फायदा दे ਵੇਖਦੇ ਤੇ ਐਨੀ ਦਿਨ ਨੂੰ ਗਲਤ ਹੁੰਦਾ ਨੇ ਤੇ ਵਿੱਚੋਂ ਇੱਕ ਫਿਰ ਮੌਲਵੀ ਵੱਡੇ ਜਿਹੜੇ ਕੋਈ ਖੜੇ ਹੋ ਜਾਂਦੇ ਨੇ ਉਹਨੂੰ ਕਵਰ ਕਰਦੇ ਨੇ, ਬੋਲਦੇ ਨੇ। ਹੁਣ ਕਵਰ ਕਿੰਨਾ ਵੀ ਕਰਨ, ਕਵਰ ਤਾਂ ਹੋ ਗਿਆ ਤਾਂ ਇਹ ਕੰਮ ਐਨੀ ਦਿਨ ਨੂੰ ਬਹਿੰਦੇ ਨੇ। ਉਹ ਬਾਅਦ ਚ ਉਹਨੂੰ ਕਹਿੰਦੇ ਨੇ ਬੇਟਾ ਆਰਾਮ ਸੇ ਕਹਿੰਦੇ ਨੇ ਨਹੀਂ ਅੰਕਲ ਜੀ ਇੰਸ਼ਾਅੱਲਾ ਨੈਕਸਟ ਟਾਈਮ ਕੀ ਹੋਏਗਾ। ਹੁਣ ਉਹ ਜਾਂਦੇ ਨੇ। ਰਾਤ ਨੂੰ ਸਾਡਾ ਪਲਾਨ ਬਣਦਾ ਸਵੇਰੇ ਮੈਚ ਹੈ ਭਈ ਸਾਰਿਆਂ ਨੇ ਆਉਣਾ। ਠੀਕ ਹੈ ਦੱਸ ਦਿੰਦੇ ਨੇ ਮੈਚ ਰੱਖਿਆ 500 ਦਾ ਜੇ ਸਿੱਧੀ ਦਿਹਾੜ ਹੈ ਤੇ ਐਨੀ ਕੋਈ ਟੀਮ ਨਹੀਂ ਉਹ ਖਾਸ। सुबह मैच हूँ लेकिन वो गश्त वास्ते ना मैं राती गल करना उन्हें राती जो मुतकलम बने मैं कहना कि मैं सुबह गश्त वास्ते कहना हाँ जी बिलाल बोल देगा मेरे नाल एक और मुंडा कर दिया। तो दो मुंडे कोई झूठ मारते हैं, कहते हैं कि मेरे साहब कार भाई हम बाहर निकले तो एक फलाना एरिया ना वहाँ पे हमें ना बहुत अच्छे भाई मिले थे। उन्होंने बोला था आप आए हम आपके साथ जाएंगे। तो उनको अगर हम 2 बंदों को भी ले आए तो ज़िंदगी बदल जाएगी। उनको नमाज का भी नहीं पता बिल्कुल। कहता है हाँ आप उनको लेके आओगे तो बहुत अच्छी बात। अगर हमने 2 को भी सीधा रास्ता कलमा नमाज सिखा दी हमारा मकसद कामयाब हो गया। उन बोलते झूठ उन्हें कहा 2 चंगर फड़ लेंगे उन्होंने कहना कलमा वो करते करते 2 होंगे ने 6 असी जो भी झूठ सच बोल के सवेरे जो नमाज फजर की पढ़ने निकल जाने बाहर। निकलते गए चंगर डैडी होंगे ने गेंद वाला फड़न दसिया मैं गेंद वाला जाते ने मैच शुरू हो जाता। मैच लगता 200 जमात गई नहीं ਜਿਹੜੇ ਸਾਡੇ ਅਸਲ ਹੈਡ ਸਨ ਰਫੀਕ ਸਾਹਿਬ ਉਹਨਾਂ ਨੂੰ ਕਿਤੇ ਮੈਂ ਤੁਰ ਜਾਂਦਾ ਕਿਸੇ ਤਰੀਕੇ ਨਾਲ ਮੈਸੇਜ ਮੋਬਾਈਲ ਤੇ ਹੁੰਦੇ ਨਹੀਂ ਸਨ ਮੈਸੇਜ ਤੁਰ ਜਾਂਦਾ। ਕਹਿੰਦੇ ਨੇ ਕਿ ਬੰਦੇ ਤੁਹਾਡੇ ਵੇਚਦੀਆਂ ਇੱਥੇ ਕਾਹੇ ਨਹੀਂ ਤੇ ਜ਼ੋਹਰ ਦੇ ਲਾਗੇ ਦਾ ਟਾਈਮ ਹੋ ਜਿਹੜਾ ਟੂਬੂ ਵੇਚਦੇ ਰਫੀਕ ਸਾਹਿਬ ਆ ਗਏ। ਬੰਦੇ ਡਰ ਜਾਂਦੇ ਨੇ ਫਟਾਫਟ ਬੰਦੇ ਨੂੰ ਕੋਲ ਕਰਨੇ ਕਹਿੰਦਾ ਯਾਰ ਆਪ ਤੁਸੀਂ ਜਿੱਤੇ ਜਿਹੜਾ ਮੈਚ ਲੱਗਾ ਤੁਸੀਂ ਇਹ ਕਿਉਂਕਿ ਅਸੀਂ ਟੀਮ ਵਾਸਤੇ ਆਏ ਅਸੀਂ ਆਏ ਸਾਡੀ ਬੇਸਿਕਲੀ ਜਮਾਤ ਆਈ ਯਾਰ ਅਸੀਂ ਆਏ ਤੁਸੀਂ ਕਿਉਂਕਿ ਅਸੀਂ ਇਸ ਮਕਸਦ ਵਾਸਤੇ ਅਸੀਂ ਆਵਾਂਗੇ ਬਸ। ਰਫੀਕ ਸਾਹਿਬ ਆਉਂਦੇ ਸਾਨੂੰ ਸ਼ੁਰੂ ਹੋ ਜਾਂਦੇ ਨੇ ਮੈਨੂੰ ਕਿ ਯਾਰ ਤੂੰ ਐਡੇ ਤੁਸੀਂ ਸਮਝਦਾਰ ਬੱਚੇ ਤੁਸੀਂ ਨਿਕਲ ਜੋ ਸਾਡੀ ਜਮਾਤ ਦਾ ਨਾਮ ਬਦਨਾਮ ਕਰ ਦਿੰਦੇ। ਅਸੀਂ ਸੋਰੀ ਕਰਨਾ ਹੀ ਕਹਿੰਦੇ ਰਫੀਕ ਸਾਹਿਬ ਅਸਲ 'ਚ ਨਾ ਸਾਨੂੰ ਇਹਨਾਂ ਲੇਟ ਕੀਤਾ ਇਸ ਮੈਚ ਤੋਂ ਬਾਅਦ ਆਉਂਦੇ ਇਸ ਮੈਚ ਤੋਂ ਬਾਅਦ ਆਉਂਦੇ ਅਸੀਂ ਖੜੇ ਹਾਂ ਵਿਜ਼ਿਟ ਕਰਦੇ ਨੇ। ਉਹ ਬਹੁਤ ਚੰਗਾ ਆ ਕੇ ਕਹਿੰਦੇ ਨੇ ਨਹੀਂ ਗੱਲ ਸੁਣੋ ਸਾਡੀ ਗੱਲ ਹੋ ਗਈ ਹੈ ਅਸੀਂ ਆਉਣਾ ਤੁਹਾਡੇ ਕੋਲ ਅਸੀਂ ਸਿੱਖਣਾ ਜੋ ਤੁਸੀਂ ਸਿਖਾਓਗੇ ਸਾਨੂੰ। ਸਾਡੀ ਬੰਦੇ ਨਾਲ ਗੱਲ ਹੋ ਗਈ ਨਾ ਕੱਖ ਨਾ ਕਿਹੋ ਉਹਨਾਂ ਨੂੰ 200 ਲੱਭਾ ਹੀ ਫਰੀ ਦਾ। ਉਹ ਕਹਿੰਦੇ ਉਹ ਉੱਥੇ ਤਬਲੀਗ ਸ਼ੁਰੂ ਕਰਨਾ ਹੈ ਵੇਖੋ ਜੀ ਅੱਛੀ ਗੱਲ ਨਹੀਂ ਹੈ ਇਹ ਵੇਖੋ ਇੱਥੇ ਕੰਮ ਨਹੀਂ ਆਉਣੀ ਹੈ। ਉਹ ਕਹਿੰਦੇ ਕਿਉਂ ਨਹੀਂ ਕੰਮ ਨਹੀਂ ਹੋਣਾ ਸੀ 200 ਜਿੱਤੇ ਅਸੀਂ ਉਹਦੇ ਮੂੰਹ ਵੱਲ ਵੇਖੀਏ ਕਿ ਚੁੱਪ ਕਰ ਕੰਮ ਇੱਕ ਦੋਸਤ ਹੈ ਮੈਂ ਜਿਹਦੇ ਨਾਲ ਇੱਥੇ ਬੰਗਾਲੀਆਂ ਨਾਲ ਲੜਾਈ ਹੋਈ ਉਹਨਾਂ ਨਾਲ ਬੰਗਾਲੀਆਂ ਨੇ ਬੜਾ ਕੁੱਟਿਆ ਚਪੇੜਾਂ ਮਾਰੀਆਂ। ਸਾਨੂੰ ਫੋਨ ਕਰਦਾ ਕਹਿੰਦਾ ਮੈਨੂੰ ਬੜਾ ਮਾਰਿਆ ਜੇ ਤੇ ਡੈਡੀ ਹੋਏਗੀ ਜਾ ਕੇ ਨਾਲ ਲੜਨਾ। ਅਸੀਂ ਆ ਜਾਂਦੇ ਹਾਂ ਉੱਥੇ ਇੱਕ ਬੰਦਾ ਨਾ ਚਸ਼ਮਦੀਦ ਦੁਆ ਵੀ 7-8 ਬਾਬਾ ਉਹਨਾਂ ਨੇ ਫੁਲਕੇ ਆ ਗਏ
ਤੇ ਕਹਿੰਦਾ ਕਿੰਨੂੰ ਜ਼ਿਆਦਾ ਕੁੱਟਣਾ, ਕਿੰਨੂੰ ਫੜੀਏ, ਮੇਨ ਕਿਨੇ ਤੈਨੂੰ ਹੱਥ ਪਾਇਆ, ਗੁੱਸੇ ਚ ਕਹਿੰਦਾ ਉਹ ਫਲਾਣਾ ਜਿਹੜਾ ਕੋਈ ਬੰਗਾਲੀ ਫਲਾਣਾ ਸ਼ਾਹ ਉਹਦੇ ਪਿੱਛੇ ਨਹੀਂ ਇੱਕ ਬੰਗਾਲੀ ਖੜਾ, ਉਹਨੇ ਕੁੱਟਿਆ ਨਹੀਂ, ਮੈਨੂੰ ਹੱਥ ਨਹੀਂ ਲਾਇਆ, ਚਪੇੜਾਂ ਦੀ ਮੈਨੂੰ ਦੂਜੇ ਨੇ ਮਾਰੀਆਂ ਨੇ, ਜਿਹੜਾ ਪਿੱਛੇ ਹੱਸਣ ਦੇ ਮੈਨੂੰ ਉਹਦੇ ਤੇ ਵੱਟ ਹੈ, ਮੇਰੇ ਚਪੇੜ ਪੈਂਦੀ, ਉਹ ਹੱਸਦਾ ਬੜਾ ਭੈੜਾ ਸੀ, ਉਹਨੂੰ ਨਹੀਂ ਛੱਡਣਾ। ਕਹਿੰਦਾ ਉਹਨੂੰ ਨਹੀਂ ਛੱਡਣਾ, ਸੀਰੀਅਸ ਗੱਲ ਤੇ ਠੀਕ ਹੈ ਨਾ। ਪਰੇਸ਼ਾਨੀ ਨਹੀਂ, ਉਹ ਨਾ ਆਪਣਾ ਮਾਮਾ ਨੇ ਇੱਕ ਦਿਨ ਲੈ ਜਾਂਦਾ ਕੰਮ ਮਾਮਾ ਦੇ ਨਾਲ, ਉਹ ਪਹਿਲੇ ਇਹ ਕਹਿੰਦਾ ਸੀ ਦਿਹਾੜੀ ਸ਼ਾੜੀ ਲਵਾਓ, ਉਹਨੂੰ ਕਹਿੰਦਾ ਸੀ ਮੇਰਾ ਕੰਮ ਬੜਾ ਸਖਤ ਹੈ, ਉਹਦਾ ਕੰਮ ਵਾਕਈ ਬਹੁਤ ਹਾਰਡ ਹੈ, ਬੇਲ 'ਚ ਮਾਰਨੇ ਦੀ ਗਰਮੀ 'ਚ ਕਢਾਈ ਕਢੂਈ ਕਰਨੀ। ਮਾਮਾ ਦਿਹਾੜੀ ਦੇ ਚੱਕਰ 'ਚ ਮਾਮਾ ਕਹਿੰਦਾ ਮੇਰੀ ਦਿਹਾੜੀ ਵਗੈਰਾ ਲਵਾ ਵੀ ਲੈ ਜਾਂਦਾ। ਹੁਣ ਮਾਮਾ ਜਦੋਂ 2-4 ਬੇਲ 'ਚ ਮਾਰਦਾ ਧੁੱਪ ਵਿੱਚ, ਇਹਨੂੰ ਆਉਂਦੇ ਨੇ ਚੱਕਰ ਵੀ ਹੁਣ ਚਕਰਾ ਕੇ ਨਾ ਕਿਤੇ ਉੱਥੇ ਨਾ ਡਿੱਗ ਜਾਂਦਾ, ਪਾਣੀ ਦੇ ਛੱਟੇ ਛੁੱਟੇ ਮਾਰੋ, ਉੱਥੇ ਮੈਡਮ ਹੁੰਦੀ ਹੈ ਗਿੱਲੇ ਦੀ, ਉਹ ਆ ਜਾਂਦੀ ਹੈ, ਉਹਨੇ ਹੱਥ ਨਾਲ ਹਰੀਸਾ ਫੜਨਾ, ਸ਼ੈਵਾਂ ਫੜੀਆਂ, ਤੇ ਮਾਮੂ ਨੂੰ ਇਹਨੂੰ ਥੋੜੀ ਹੋਸ਼ ਆਉਂਦੀ ਹੈ, ਖਾ ਪੀ ਕੇ ਨਾ ਫੇਰ ਲੰਮਾ ਪੈ ਜਾਂਦਾ ਨਾ। ਸਹੀ ਆ ਰਿਹਾ ਬਾਈ, ਇਹਨੂੰ ਨਾ ਛਾਨਵੀ ਠਾਂਦਾ ਠੁੰਡਾ ਉੱਠਦਾ, ਕਹਿੰਦਾ ਮਾਮਾ ਥੋੜਾ ਜਿਹਾ ਕੰਮ ਕਰ ਦੇ। ਮਾਮਾ ਬੇਲਚਾ ਫੜ ਕੇ ਸਕਿਉਰਟੀ ਵਾਲਾ ਲੱਗੇ ਹੁੰਦਾ, ਮੇਨ ਜਿੱਥੋਂ ਐਂਟਰੈਂਸ ਹੁੰਦੀ ਹੈ ਉੱਥੇ ਚਲਾ ਜਾਂਦਾ, ਤੇ ਉਹਦੇ ਸਾਹਮਣੇ ਨਾ ਉਹਨਾਂ ਉਹਦੇ ਚੀਂਗੇ ਲਾਉਂਦਾ ਸਾਂਪ ਤੇ ਮੈਨੂੰ ਕੱਢਦੇ ਆ, ਉਹ ਵੇਖਦਾ ਰਹਿੰਦਾ ਪਤਾ ਨਹੀਂ ਕੀ, ਉਹ ਫਿਰ ਉਹਦੇ ਸਾਹਮਣੇ ਇੰਜ ਕਰਦਾ ਨਾ, ਗੱਡੀ ਚਲਾਉਂਦਾ ਉਹ ਕਹਿੰਦਾ ਪਤਾ ਨਹੀਂ ਕੋਈ ਪਾਗਲ ਹੈ, ਕੰਮ ਕਰਨ ਦੋ ਯਾਰ, ਵਿਚਾਰਾ ਸਾਈਆਂ ਨੂੰ ਦਿਹਾੜੀ ਲਾਉਣ ਵਿੱਚ ਵੜ ਜਾ। ਇਹ ਕਹਿੰਦਾ ਮੈਂ ਕਿਵੇਂ ਮੇਰੀ ਜਾਨ ਛੁੱਟੇ ਅੱਜ। ਇਹ ਆਂਦੀ 1-2 ਬੇਲਚਾ ਫੇਰ ਮਾਰਦਾ, ਕਹਿੰਦਾ ਸ਼ਾਨੀ ਮੈਨੂੰ ਚੱਕਰ ਆਉਂਦੇ ਨੇ, ਚੱਕਰ ਆਉਂਦੇ ਨੇ। ਇਹ ਕਹਿੰਦਾ ਤੂੰ ਇਸ ਤਰ੍ਹਾਂ ਕਰ, ਤੂੰ 10 ਮਿੰਟ ਅੱਖ ਲਾ ਲੈ, ਵੀ ਕਹਿੰਦਾ ਮੈਂ ਸਵਾ ਹੜਨਾ, ਸਵੇਰੇ ਅਸੀਂ 8 ਵਜੇ ਕੰਮ ਤੇ ਨਿਕਲਨੇ, 9 ਵਜੇ ਤੱਕ ਘੰਟਾ ਗੇਮਾਂ ਚੱਲਦੀਆਂ, 10 ਵਜੇ ਸੋ ਜਾਂਦਾ, ਤੇ ਕੋਈ ਦੁਪਹਿਰ ਦੇ 2-3 ਵੱਜ ਜਾਂਦੇ ਨੇ ਉੱਠੇ ਨਾ। ਕਹਿੰਦਾ ਮੈਂ ਅੱਖ ਕੇ ਨਾ ਗੁੱਸੇ ਵਿੱਚ 5 ਵਜੇ ਹੀ ਨਿਕਲਣਾ ਸੀ, 4 ਵਜੇ ਨੂੰ ਮੈਂ ਨਾ ਠਾਨਾ ਇਹਨੂੰ, ਜਦੋਂ ਧੱਕੇ ਨਾਲ ਉਠਾਨਾ ਨਾ, ਤੇ ਉਹ ਆਂ ਜਾ ਖਮਲਦਾ, ਕਹਿੰਦਾ ਸਵੇਰ ਹੋ ਗਈ ਚਲੀਏ ਕੰਮ ਤੇ। ਉਹ ਕਹਿੰਦਾ ਇਹ ਤੇ ਦਿਹਾੜੀ ਪੂਰੀ ਕਰਦਾ। ਉੱਥੇ ਨੂੰ ਉਲਟੀਆਂ ਵਗੈਰਾ ਹੋਣ, ਕਹਿੰਦਾ ਇਹਨੂੰ ਮੈਂ ਉਠਾਇਆ, ਗੱਡੀ 'ਚ ਬਾਇਆ, ਕਹਿੰਦਾ ਮੈਂ ਗੱਡੀ ਚਲਾਵਾਂ, ਇੱਕ ਹੱਥ ਛਾਪੜ ਕੇ ਮੂੰਹ ਤੇ ਕੱਟ ਉਲਟੀਆਂ ਖੜੀ ਜਾ, ਮੈਂ ਕਿਹਾ ਗੱਡੀ ਨਾ ਮੇਰੀ ਭਰ ਦੇ, ਨਾਲ ਗੱਡੀ ਚਲਾਵਾਂ ਨਾਲ ਛਾਪੜ ਉਲਟੀ ਹਾਲਦਾ। ਤੇ ਅੱਗੋਂ ਆ ਕੇ ਮੈਨੂੰ ਕਹਿੰਦਾ ਕੰਮ ਵੀ ਕੱਖ ਨਹੀਂ, ਸਾਰੀ ਉਮਰ ਇਹੀ ਕੀਤਾ, ਕੱਲ ਹੁਣ ਤੂੰ ਕਿਸੇ ਹੋਰ ਨਾਲ ਦਿਹਾੜੀ ਦੇ ਖੜਿਆ। ਚੋਤ ਨਹੀਂ ਨਾ ਪਿੰਡ, ਕਹਿੰਦਾ ਕੰਮ ਸ਼ਮ ਦੋ ਸਾਥ ਦੱਸੋ ਕੀ ਕੰਮ ਕਰਨਾ। ਕਹਿੰਦਾ ਯਾਰ ਕੰਮ ਸਾਡਾ ਕੋਈ ਨਹੀਂ, ਇੱਥੇ ਵੇਲੀਆਂ ਬਹਿ ਕੇ ਖਾਣੇ, ਸਵੇਰੇ ਉੱਠਣਾ ਤੂੰ, ਸਾਡੇ 60-70 ਡੰਗਲਿਆਂ ਦੀ ਧਾਰਾਂ ਕੱਢ ਦੇਣੀਆਂ ਨੇ, ਸਵੇਰੇ ਅਸੀਂ ਬੰਦੇ ਆ ਸਾਡੇ ਤਕਰੀਬਨ ਅਸੀਂ 30-35 ਜੀ ਹੋਵਾਂਗੇ, ਉਹਨਾਂ ਦਾ ਨਾਸ਼ਤਾ ਨੂਸ਼ਤਾ ਤੂੰ ਤਿਆਰ ਸ਼ੁਰੂ ਕਰਨ ਨੂੰ, ਅਸੀਂ ਸਵੇਰੇ ਉੱਠਣੇ ਆ ਤਕਰੀਬਨ ਕੋਈ 9-10 ਵਜੇ ਤੂੰ ਤਿਆਰ ਕਰਨਾ ਸ਼ੁਰੂ ਕਰ ਦੇਣਾ, ਉਹ ਕਰ ਦੇਣਾ ਲੱਸੀ ਤੁਸੀਂ ਜੋ ਬਣਾਉਣੀ ਹੈ ਉਹ ਕਰਨਾ, ਵੇਲੀਆਂ ਬਹਿ ਕੇ ਖਾਣੀ ਹੈ। ਉਸ ਤੋਂ ਬਾਅਦ ਸਾਡੇ ਕੱਪੜੇ ਨੇ ਉਹ ਧੋਣ ਵਾਲੇ ਹੋਣਗੇ, ਪਰਾਲੀ ਪੱਠੇ ਕਰ ਦੇਣੇ ਨੇ, ਇਹ ਤੂੰ ਕੰਮ ਕਰਨਾ, ਦੁਪਹਿਰ ਦੀ ਬਣਾ ਲੈਣੀ ਹੈ, ਸ਼ਾਮ ਨੂੰ ਕੀ ਹੈ ਸਾਡੀਆਂ ਮੰਜੀਆਂ ਨੇ ਉਹ ਤੂੰ ਬਾਹਰ ਡਾਣੀਆਂ ਨੇ, ਉੱਤੇ ਚਾਦਰਾਂ ਵਿਛਾਣੀਆਂ ਨੇ, ਕੰਮ ਸਾਡਾ ਇਹੀ ਹੈ, ਵੇਲੀਆਂ ਬਹਿ ਕੇ ਖਾਣਾ। ਤੇ ਸ਼ਾਮ ਨੂੰ ਸਾਡੀ ਇਹ ਹੈ ਕਿ ਅਸੀਂ ਨਾ ਮਗਰਬ ਤੋਂ ਬਾਅਦ ਘੰਟਾ-2 ਘੰਟਾ ਬੰਦੇ ਬਹਿੰਦੇ ਆ, ਉਹ ਤਕਰੀਬਨ ਕੋਈ 30-40 ਹੋ ਜਾਂਦੇ ਨੇ, 20-30 ਅਸੀਂ ਸਾਡੇ ਵਾਸਤੇ ਚਾਹ ਬਣਾ ਲਈ, ਖਾਣ ਪੀਣ ਦਾ ਇੰਤਜ਼ਾਮ ਕਰਦੇ ਆ, ਤੂੰ ਬਹਿ ਕੇ ਖਾਣ ਵਾਲੀ ਗੱਲ ਕਰਦੀ ਬਸ। ਉਹ ਕਹਿੰਦਾ ਗੱਲ ਹੈ ਚੋਈ ਸਾਹਿਬ, ਮੈਂ ਹਿਸਾਬ ਲਾਇਆ ਤੁਹਾਡਾ ਕੰਮ ਸ਼ਮ ਨਹੀਂ ਹੈ, ਤੇ ਮੇਰੇ ਕੋਲ ਨਹੀਂ ਤੇ ਵੇਲੀਆਂ ਬਹਿਣ ਨਹੀਂ ਹੁੰਦਾ, ਮੈਂ ਬੰਦਾ ਕੰਮ ਕਰਨ ਵਾਲਾ, ਤੇ ਜਦੋਂ ਤੁਹਾਡਾ ਕੰਮ ਹੋਏਗਾ ਉਦੋਂ ਮਾਈ ਜਾਂਦਾ। ਆਬਦ ਮਾਰਕੀਟ ਹੈ, ਉੱਥੇ ਇੱਕ ਚੂੜਾ ਸੀ, ਚੂੜੇ ਨਾਲ ਠੇਕਾ ਸੀ ਵਾਸ਼ਰੂਮਾਂ ਦਾ, ਉਹ ਪੁਲਸੀਆ ਵੀ ਯੂਜ਼ ਕਰਦਾ ਸੀ ਛੁੱਟਦਾ, ਉਹਨੂੰ ਪੈਸੇ ਨਹੀਂ ਦਿੰਦਾ, ਕਹਿੰਦਾ ਮਹੀਨੇ ਬਾਅਦ ਹਿਸਾਬ ਕਰਾਂਗਾ। ਹੁਣ ਉਹ ਚੁੱਪ ਸੀ ਵਿਚਾਰਾ, ਕਿਉਂਕਿ ਉਸੇ ਮਾਰਕੀਟ 'ਚ ਛੁੱਟੇ ਦੀ ਡਿਊਟੀ ਪੁਲਿਸ ਵਾਲੇ ਦੀ, ਕੋਈ 2-2.5 ਮਹੀਨੇ ਬਾਅਦ ਉਹਨੂੰ ਕਹਿੰਦਾ ਸਾਡੇ ਪੈਸੇ ਦੇ। ਉਹ ਬੰਦਿਆਂ ਜਦੋਂ ਪੁੱਛਦਾ ਨਾ ਉਹਨੂੰ ਆ ਜਾਂਦਾ ਗੁੱਸਾ, ਉਹਦੀ ਕਾਪੀ ਅੱਗੇ ਰੱਖੀ ਹੁੰਦੀ ਉਹਨਾਂ ਦੀ, ਤੋੜੇ ਥੱਲੇ ਪੈਸੇ ਰੱਖਦਾ ਜੀ, ਉਹ ਇੰਜ ਕਾਪੀ ਨੂੰ ਹੱਥ ਮਾਰਦਾ, ਕਹਿੰਦਾ ਕਿਹੜੇ ਪੈਸੇ, ਹੁਣੀ ਮੈਂ ਤੇਰਾ ਕੰਮ ਚੁਕਵਾ ਦਾਂ। ਉਹ ਚੁੱਪ ਹੋ ਜਾਂਦਾ। ਉਹ ਜਦੋਂ ਬੰਦੇ ਇਕੱਠੇ ਹੋ ਜਾਂਦੇ ਨਾ, ਉਹਨੂੰ ਪਤਾ ਬੰਦੇ ਵੀ ਮੇਰੇ ਸਾਥ ਦੇਣਗੇ, ਮੈਂ ਮਾੜਾ ਬੰਦਾ, ਕਹਿੰਦਾ ਤੁਸੀਂ ਚੋ ਜਾ,
ਵਾਸ਼ਰੂਮ ਹੀ ਨਾ ਵਰਤੋ। ਉਹ ਕਹਿੰਦਾ ਚੱਲ ਵਰਤੋ ਨਾ, ਠੀਕ ਹੈ, ਨਹੀਂ ਵਰਤਦਾ, ਅੱਗੋਂ ਤੂੰ ਮੰਨਦੇ ਹੀ ਨਹੀਂ, ਕਹਿ ਕੇ ਨਾ ਚਲਾ ਜਾਂਦਾ। ਉਹਦੀਆਂ ਡਿਊਟੀ ਮੁੱਕਣ ਵਾਲੀ ਹੋਏਗੀ ਉੱਥੋਂ। ਹੁਣ ਉਹ ਨਾ ਕਾਪੀ ਕੱਢਦਾ ਤੇ ਕਾਪੀ ਦੇ ਨਾਲ ਉਹਨੇ ਵੱਡੇ ਛੋਟੇ ਵਾਵਾ ਕੀਤੇ ਹੁੰਦੇ ਨੇ ਨਾ। ਹੁਣ ਵੇਖ ਕੇ ਕਹਿੰਦਾ 40 ਵੱਡੇ ਤੇ 30 ਛੋਟੇ ਪੀ ਗਿਆ ਮੇਰੇ। ਕਾਟਾ ਮਾਰਦਾ। ਪਾਕਿਸਤਾਨੀ ਕੋਈ ਪਠਾਨ, ਉਹਨੇ ਆਪਣਾ ਡਰਾਈਵਿੰਗ ਲਾਇਸੈਂਸ ਪਾਕਿਸਤਾਨ ਬਹੁਤ ਡਰਾਈਵਿੰਗ ਕੀਤੀ, ਪਹਾੜਾਂ ਦੇ ਨੂੰ ਡਰਾਈਵਿੰਗ ਕੀਤੀ, ਉਹਨੂੰ ਪਾਸ ਨਹੀਂ ਕਰਦੇ। ਉਹਦੀ ਕੋਈ 9ਵੀਂ 10ਵੀਂ ਟਰਾਈ, 11ਵੀਂ ਟਰਾਈ ਦੇ ਹੁੰਦਾ ਫੇਰ ਉਹ ਜਦੋਂ ਜਿਹੜਾ ਇੰਸਟ੍ਰਕਟਰ ਹੁੰਦਾ ਉਹਦੀ, ਜਦੋਂ ਉਹ ਇੰਸਟ੍ਰਕਟਰ ਜਦੋਂ ਉਹਦੀ ਉਹ ਕਲਾਸ ਫੇਲ ਕਰਨ ਤੋਂ ਬਾਅਦ ਨਾ ਉਹ ਜਦੋਂ ਥੱਲੇ ਉਤਰਦਾ ਨਾ ਅਰਬੀ, ਉਹ ਪਠਾਨ ਗੱਡੀ ਦਿਖਾ ਹਟਦਾ ਜਿਹਦੇ ਟਰਾਈ ਦੇ ਹੁੰਦਾ। ਪਿੱਛੇ ਫੋਨ ਕਰਦਾ ਹੈਲਪਲਾਈਨ ਤੇ, ਛੁੱਟੇ ਦੀਆਂ ਪੁਲਿਸ ਦੀਆਂ ਗੱਡੀਆਂ ਪਿੱਛੇ ਠੀਕ ਹੈ। ਪਠਾਨ ਕੀ ਤੂੰ ਚਾਹ ਲੈ ਰਿਹਾ ਆਰਾਮ ਨਾਲ ਖੜਾ, ਵੇਖਦਾ ਛੁੱਟੇ ਦੀ ਗੱਡੀਆਂ ਲਾਗੇ ਲੱਗੀਆਂ ਨੇ, ਫਿਰ ਦੜਾ ਉਹ ਹੱਥ ਨਹੀਂ ਆਇਆ। ਜਦੋਂ ਤੇਲ ਮੁੱਕਿਆ ਉਦੋਂ ਹੱਥ ਆਇਆ। ਤੇ ਜਦੋਂ ਫੜ ਲੈਂਦਾ ਉਹਨਾਂ ਨੂੰ ਗਾਲ ਕੱਢ ਕੇ ਕਹਿੰਦਾ ਮੈਂ ਹਜੇ ਵੀ ਨਹੀਂ ਡਰਾਈਵਰ। ਕਹਿੰਦਾ ਕਿ ਮੈਂ ਇਹਦੇ ਕੋਲ ਵੱਡੀ ਬੱਸ ਸੀ ਲੇਬਰ ਦੀ, ਮੇਰੇ 83-84 ਬੰਦੇ ਬੰਦੇ। ਕਹਿੰਦਾ ਮੈਂ ਚਲਾ ਰਿਹਾ ਹਾਂ, ਅੱਗੇ ਨਾ ਕੋਈ ਮਾੜੀ ਜਿਹੀ ਗੱਡੀ ਸੀ ਕੋਈ ਅੱਗੇ ਨਾ, ਉਹ ਨਾ ਮੈਨੂੰ ਤੰਗ ਕਰ ਰਹੀ ਸੀ। ਤੈਨੂੰ ਪਤਾ ਨਹੀਂ ਕਿਹੜਾ ਉਹਨੇ ਮਾਡਲ ਦੱਸਿਆ ਉਹਨੇ। ਕਹਿੰਦਾ ਮੈਂ ਕਿਹਾ ਮੈਂ ਯਾਰ ਹੈ ਕੀ, ਕਹਿੰਦਾ ਮੈਂ ਉਹਨੂੰ ਵੀ ਸਾਈਡ ਦੇਣੀ ਸ਼ੁਰੂ ਕਰਤੀ, ਮੈਂ ਰਾਹ ਨਾ ਦਵਾਂ। ਉਹਨੇ ਅੱਜ ਗੱਡੀ ਅੱਗੇ ਲਾਈ ਹੈ ਤੇ ਉਹ ਕੰਧੂਰੇ 'ਚ ਬਾਹਰ ਨਿਕਲੇ, ਉਹਨੇ ਆਪਣਾ ਇੰਜ ਵਿਖਾਇਆ ਆਪਣਾ ਕਾਰਡ। ਕਹਿੰਦਾ ਮੈਂ ਤੇ NRTA ਮੇਰਾ ਤਾਂ ਮਦੀਨਾ ਵੱਡਾ ਹੋਈ ਹੈ ਬਾਬਾ। ਉਹਨੇ ਕਿਹਾ ਸੋਰੀ, ਕਹਿੰਦਾ ਮੇਰੇ ਦਿਲ 'ਚ ਹੈ ਉਹ ਗੱਡੀ 'ਚ ਕਿੱਥੇ ਖੱਜਲ ਹੋਣੀ, ਬੜੀ ਮਿਹਨਤ ਕਰ ਲਓ। ਉਹਨੇ ਕਿਹਾ ਨੈਕਸਟ ਟਾਈਮ ਤਮੀਜ਼ ਨਾਲ ਗੱਡੀ ਚਲਾਣੀ, ਸੋਰੀ ਸਰ। ਕਹਿੰਦਾ ਹਫਤਾ ਲੰਘਦਾ ਮੈਂ ਵੀ ਬੱਸ ਚਲਾ ਰਿਹਾ, ਇੱਕ ਮੈਨੂੰ ਫਿਰ ਨਾ ਘੁੰਮਦੀਰ ਰੋਕਦਾ, ਉਹਨੇ ਕੰਧੂਰਾ ਪਾਇਆ ਹੁੰਦਾ, ਮੈਂ ਥੱਲੇ ਆਉਂਦਾ। ਕਹਿੰਦਾ ਗਾੜੀ में कितना आदमी है, ਕਹਿੰਦਾ ਮੈਂ ਡਰ ਗਿਆ। ਕਹਿੰਦਾ ਗੱਡੀ ਮੇਰੀ ਫੁੱਲ ਲੋਡ ਸੀ 84 ਬੰਦਿਆਂ। ਮੈਂ ਕਿਹਾ ਮੈਨੂੰ ਫਾਈਨ ਨਾ ਹੋਈਏ ਕਿਤੇ, ਤੇ ਮੈਂ ਉੱਤੇ ਜਾਣਾ, ਮੈਂ ਐਕਟਿੰਗ ਕਰਨਾ। ਮੈਂ ਆ ਕੇ ਕਹਿੰਦਾ ਮੈਂ ਕਹਿੰਦਾ ਰਬਾਬ 65, ਠੀਕ ਹੈ। ਕਹਿੰਦਾ ਪੱਕਾ ਬਾਤ, ਮੈਂ ਕਹਿੰਦਾ ਜੀ। ਉਹ ਲੇਬਰ ਦੀ ਹੀ ਸਾਰੀ ਨਾ ਬੱਸ, ਉਹ ਨਾ 6500 ਰੁਪਇਆ ਕੱਢਦਾ, ਕਹਿੰਦਾ ਸਭ ਨੂੰ 100 ਰੁਪਇਆ ਦੇ। ਉਹ ਕਹੇ ਹੁਣ ਮੈਂ ਕਵਾਂ ਮੇਰੇ ਤੇ 84 ਨੇ, ਐਸੇ ਸਾਲਾ ਨੁਕਸਾਨ ਲੈ ਲਿਆ। ਕਹਿੰਦਾ ਮੈਂ ਜੇ ਹੁਣ ਕਵਾਂ 84, ਉਹਨੇ ਕਹਿੰਦਾ ਤੇ ਝੂਠਾ ਮੈਂ ਵੀ ਪੈਸੇ ਵਾਪਸ ਕਰ। ਮੈਂ ਚੁੱਪ ਦਾ ਚੁੱਪ ਮੈਂ ਉੱਤੇ ਆਇਆ ਤੇ ਮੈਂ ਆ ਕੇ ਉਹਨਾਂ ਨੂੰ ਇਹ ਕਿਹਾ, ਮੈਂ ਕਿਹਾ ਭਾਈ ਇਹ ਹੁਣ ਪੈਸੇ ਰੱਖੋ ਤੇ ਆਪਸ ਵਿੱਚ ਡਿਵਾਈਡ ਕਰ ਦਿਓ। ਕਹਿੰਦਾ ਕਿ ਮੈਂ ਨਾ ਉਹਨੂੰ ਇੰਗਲਿਸ਼ ਬਿਲਕੁਲ ਨਾ ਲਿਖਣੀ ਪੜ੍ਹਨੀ ਨਾ ਸਮਝ ਆਉਂਦੀ। ਕਹਿੰਦਾ ਮੈਂ ਪਹਿਲਾ ਹੀ ਦਿਹਾੜਾ ਮੈਂ ਪਾਕਿਸਤਾਨ ਨੂੰ ਆਇਆ, ਮੈਂ ਕੰਮ ਤੇ ਜਾਣਾ ਤੇ ਮੈਨੂੰ ਕੰਪਨੀ ਦੀ ਸ਼ਰਟ ਦਿੱਤੀ ਹੈ ਇਹਨਾਂ ਨੇ ਜਿਹਨਾਂ ਦਿਹਾੜੀ ਨੂੰ। ਉਹ ਜਿਹੜੀ ਸ਼ਰਟ ਸੀ ਨਾ ਉਹਦਾ ਨਾਂ ਪਿੱਛੇ ਵੀ ਨਾਂ ਲਿਖਿਆ ਸੀ, ਅੱਗੇ ਵੀ ਨਾਂ ਲਿਖਿਆ। ਮੈਨੂੰ ਨਹੀਂ ਪਤਾ ਕੰਪਨੀ ਦਾ ਨਾਂ ਅੱਗੇ ਹੈ ਕਿ ਪਿੱਛੇ ਹੈ। ਉਹ ਸ਼ਰਟ ਮੇਰੇ ਕੋਲ ਪੁੱਠੀ ਪੈ ਗਈ, ਕੰਪਨੀ ਦਾ ਨਾਂ ਪਿੱਛੇ ਤੁਰ ਗਿਆ, ਅੱਗੇ ਜੋ ਵੀ ਲਿਖਿਆ ਉਹ ਅੱਗੇ ਆ ਗਿਆ। ਹੁਣ ਕਹਿੰਦਾ ਮੈਂ ਉੱਥੇ ਕੰਮ ਕਰ ਰਿਹਾ ਤੇ ਗੋਰਾ ਆ ਜਾਂਦਾ, ਤੇ ਗੋਰਾ ਮੈਨੂੰ ਇੰਗਲਿਸ਼ 'ਚ ਕਹਿੰਦਾ ਇਹ ਸ਼ਰਟ ਨਾ ਇੰਜ ਸਿੱਧੀ ਕਰ। ਇਹ ਮੈਂ ਅੱਗੋਂ ਪੰਜਾਬੀ 'ਚ ਹੀ ਕਹਿੰਦਾ ਆਹੋ ਤੁਹਾਡੀ ਕੰਪਨੀ ਦੀ ਪਾਈ ਹੈ, ਤੁਹਾਡੀ ਕੰਪਨੀ ਦੀ ਹੈ। ਉਹ ਮੈਨੂੰ ਕਹਿੰਦਾ ਯਾਰ ਸਿੱਧੀ ਕਰ, ਤੁਹਾਡੀ ਹਾਂ ਮੈਨੂੰ ਆਪ ਪਾਈ ਹੈ, ਭਾਈ ਨਾਸਰ ਨੇ ਆਪ ਪਾਈ ਹੈ। ਉਹ ਨਾ ਇੰਜ ਇਸ਼ਾਰਾ ਫੇਰ ਕਰੇ ਕਿ ਯਾਰ ਇਸ਼ਾਰੇ ਨਾਲ ਹੀ ਸਮਝੇ ਸ਼ਾਇਦ। ਉਹ ਜਦੋਂ ਇੰਜ ਇਸ਼ਾਰਾ ਕੀਤਾ ਕਹਿੰਦਾ ਹੋਰ ਮੇਰੇ ਕੋਲ ਟਰੋਜ਼ਰ ਵੱਲੋਂ ਕਹਿਣ ਦੇ, ਟਰੋਜ਼ਰ ਵੀ ਉਹਦੇ ਕਹਿਣ ਤੇ ਪਾਇਆ ਇਹੀ ਹੈ ਟਰੋਜ਼ਰ। ਉਹ ਨਾ ਮੱਥੇ ਤੇ ਹੱਥ ਮਾਰ ਦੋ। ਗੋਰਾ ਨਹੀਂ ਹੋਰ ਕੇ ਬੰਦਾ ਫੋਨ ਕਰਦਾ ਭਾਈ ਜਿਹੜਾ ਠੇਕੇਦਾਰ ਨੂੰ ਐਸਾ ਉਹਨੇ ਫੋਨ ਕੀਤਾ, ਉਹਦੇ ਨਾਲ ਗੱਲ ਕਰ ਰਿਹਾ ਸੀ। ਉਹ ਕਹਿੰਦਾ ਕੀ ਮਸਲਾ ਹੋਏ ਕਿ ਮੇਰਾ ਠੇਕਾ ਨਾ ਬੰਦ ਕਰਵਾ ਦੇ। ਕਹਿੰਦਾ ਯਾਰ ਐਵੇਂ ਯਾਰ ਤੁਹਾਡੀ ਕੰਪਨੀ ਦੀ ਸ਼ਰਟ ਪਾਈ ਹੈ ਤੇ ਮੈਂ ਅੱਲਾ ਦੀ ਕਸਮ ਕੋਈ ਕੰਮ ਖਰਾਬ ਨਹੀਂ ਕੀਤਾ, ਜੀ ਤੂੰ ਲਾਇਆ ਮੈਂ ਉਹੀ ਕਰਨ ਡਿਆ, ਨਾ ਮੈਂ ਤੂੰ ਹਿੱਲਿਆ ਨਾ ਕੋਈ ਗੱਲ ਨਾ। ਉਹ ਬਈ ਕਹਿੰਦਾ ਮੈਂ ਆਇਆ ਭਾਈ, ਉਹ ਆਉਂਦਾ ਗੱਡੀ ਤੇ ਫਟਾਫਟ ਤੇ ਗੋਰੇ ਨੂੰ ਮਿਲਦਾ। ਕਹਿੰਦਾ ਸਰ ਕੀ ਹੋਇਆ? ਕਹਿੰਦਾ ਯਾਰ ਉਹਨੂੰ ਕਹੀ ਯਾਰ ਸ਼ਰਟ ਚੇਂਜ ਕਰ ਦੇ। ਉਹ ਜਾਂਦਾ ਕਹਿੰਦਾ ਯਾਰ ਸ਼ਰਟ ਇਹਨੂੰ ਸਿੱਧੀ ਕਰ ਲੈ। ਤੇ ਕਹਿੰਦਾ ਇੰਨੀ ਜੀ ਗੱਲ ਆਰਾਮ ਨਾਲ ਕਹਿ ਦੇ। ਅੱਛਾ ਉੱਥੋਂ ਨਾ ਅਗਲੇ ਦਿਨ ਨੂੰ ਨਾਲ ਉਹਨੂੰ ਅਗਲੇ ਦਿਨ ਨਾਲ ਬਿਠਾਉਂਦਾ ਤੇ ਅੱਗੇ ਨਾ ਪਾਰਕਿੰਗ ਨਾਲ ਗੱਡੀ ਲਾ ਦਿੰਦਾ। ਪਾਰਕਿੰਗ ਗੱਡੀ ਲਾ ਦਿੰਦਾ ਤੇ ਪਾਰਕਿੰਗ ਜਿਹੜੀ ਗੱਡੀ ਲਾ ਦਿੰਦੇ, ਜਿਹੜੀ ਲੈਨ ਸੀ ਨਾ ਲੈਨ ਤੋਂ ਅੱਗੇ ਉਹਨਾਂ ਦਾ ਟਾਇਰ ਆ ਰਿਹਾ ਸੀ। ਗੋਰੇ ਨੇ ਆ ਕੇ ਨਾ ਉੱਥੋਂ ਗੱਡੀ ਕੱਢਣੀ ਤੇ ਉਹ ਆਪੇ ਨਾਲ ਬਾਪ ਉਹਦੇ ਨਾਲ ਉੱਤੇ ਚਲਾ ਜਾਂਦਾ। ਕਹਿੰਦਾ ਮੈਂ ਚੈੱਕ ਲੈ ਆਵਾਂ, ਤੂੰ ਇੱਥੇ ਬਹਿ। ਉਹਦੀ ਸੀਟ ਤੇ ਬਹਿ ਜਾਂਦਾ। ਜਦੋਂ ਗੋਰਾ ਵੇਖਦਾ ਤੇ ਗੋਰਾ ਨਾ ਉਹਨੂੰ ਕਹਿੰਦਾ ਚਾਬੀ ਫੜੀ ਹੁੰਦੀ, ਕਹਿੰਦਾ ਗੱਡੀ ਨਾ ਪਿੱਛੇ ਕਰ ਇੰਗਲਿਸ਼ ਵਿੱਚ, ਮੈਂ ਗੱਡੀ ਬਾਹਰ ਕੱਢ ਦਿੰਦੀ।
ਤੇ ਉਹ ਉਹਨੂੰ ਕਹਿੰਦਾ ਕਿ ਉੱਤੇ ਉੱਤੇ ਆ ਰਿਹਾ ਹੈ। ਉਹ ਕਹੇ ਕਿ ਇਹ ਉਹ ਉਹਨਾਂ ਨੇ ਕਿਤੇ ਇੰਗਲਿਸ਼ ਗਾਲ ਗੋਲ ਵੀ ਕੱਢਦਾ ਗੋਰਾ ਕਿ ਤੂੰ ਕੱਢ ਉਹ ਗੋਰਾ ਉਹਦੇ ਨਾਲ ਕਿਤੇ ਤੂੰ ਮੈਂ ਸ਼ੁਰੂ ਹੋ ਜਾਂਦਾ ਉਹਨੂੰ ਪਤਾ ਲੱਗਦਾ ਲੜਾਈ ਹੈ ਯਾਨੀ ਕਿ ਗੁੱਸੇ ਨਾਲ ਬੋਲਣ ਦਾ ਮੁੱਕਾ ਮਾਰਦਾ ਇੰਜ ਕਰ ਉਹਨੂੰ ਵੀ ਗੁੱਸਾ ਆਉਂਦਾ ਸਾਡੇ ਹੁਣ ਪਾਕਿਸਤਾਨੀ ਪੰਜਾਬੀ ਨਾਲ ਗੋਰਾ ਪਈ ਹੱਥੀ ਉਹਨੂੰ ਫੋਨ ਉੱਤੇ ਕੀ ਕਰਦਾ ਕਹਿੰਦਾ ਥੱਲੇ ਆਇਆ ਗੋਰੇ ਨਾਲ ਲੜਾਈ ਹੋ ਗਈ ਐਂਦੇ ਦੇ ਪਾਕਿਸਤਾਨੀ ਬੰਦੇ ਨਹੀਂ ਇਕੱਠੇ ਕਰਦੇ ਆ ਜਾ ਗੋਰੇ ਨਾਲ ਲੜਾਈ ਹੋ ਗਈ ਉਹ ਥੱਲੇ ਆਉਂਦਾ ਤੇ ਗੋਰਾ ਬਾਬਾ ਇਹਨੂੰ ਕਹਿੰਦਾ ਗੱਡੀ ਪਿੱਛੇ ਕਰ ਦੇ ਬਸ ਕਜ਼ਨ ਮੇਰਾ ਗੱਲ ਸੁਣਾਉਂਦਾ ਕਹਿੰਦਾ ਕਿ ਮੈਂ ਆਪਣੇ ਚਾਚੇ ਨਾਲ ਜਾ ਰਿਹਾ ਹਾਂ ਕੋਈ ਰਾਤ ਦਾ ਕੋਈ ਟਾਈਮ ਸੀ ਕੋਈ 1:30 ਦਾ ਟਾਈਮ ਸੀ ਹਲਕੀ ਹਲਕੀ ਧੁੰਦ ਸੀ ਤੇ ਰਾਤ ਨਾਲ ਚੋਰ ਡਾਕੂਆਂ ਨੂੰ ਬੰਦੇ ਨੂੰ ਫੜ ਕੇ ਨਾ ਉਹ ਸਾਈਡਾਂ ਤੇ ਬੰਨ ਰਹੇ ਹਨ ਉਹਨਾਂ ਦੇ ਨਾਲ ਹੀ ਕਹਿੰਦਾ ਮੈਨੂੰ ਤੇ ਮੇਰੇ ਚਾਚੇ ਨੇ ਉਹਨਾਂ ਨੇ ਬੰਨ ਲਿਆ ਤੇ ਬੰਨਣ ਤੋਂ ਬਾਅਦ ਹੁਣ ਉਹਨਾਂ ਦੇ ਸਾਰੇ ਕੋਈ 8-10 ਬੰਦੇ ਪਹਿਲੇ ਫੜੇ ਉਹ ਸਾਰੇ ਉੱਤੇ ਉਹਨਾਂ ਨੇ ਕੱਪੜਾ ਕੀਤਾ 15 ਮਿੰਟ ਹੋਏ ਉਹਨਾਂ ਦੀ ਆਵਾਜ਼ ਨਾ ਆਈ ਤੇ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਨਾ ਹੱਥ ਉਹਨਾਂ ਦੇ ਬੰਨੇ ਹਨ ਉਹਨਾਂ ਨੇ ਕਿਹਾ ਆਪਣਾ ਤੁਸੀਂ ਚਾਦਰ ਚੂਦਰ ਨਹੀਂ ਲਾਉਣ ਦੀ ਕੋਸ਼ਿਸ਼ ਕਰੋ ਉਹ ਨਾਲ ਜਿਹੜਾ ਕਜ਼ਨ ਉਹਨੇ ਨਾ ਚਾਚੇ ਨਾਲ ਜੋ ਹਲਕੀ ਜਿਹੀ ਉਹ ਕਰਵਾਉਂਦਾ ਕੋਈ ਨਹੀਂ ਕਰਵਾਉਂਦਾ ਕਹਿੰਦਾ ਚਾਚਾ ਵੀ ਇਹ ਰਿਵਾਜ਼ ਨਹੀਂ ਤੂੰ ਵੱਡਾ ਸਿਆਣਾ ਪਿਆਣਾ ਉਹ ਅੱਜ ਚਾਦਰ ਜੇ ਹਾਲਾਤ ਹੋ ਗਏ ਸੇਠਾਂ ਦੇ ਹੱਥਾਂ ਨਾਲ ਚਾਦਰ ਲਾਉਂਦਾ ਉਹ ਕਿਤੇ ਸਾਹਮਣੇ ਖੜੇ ਉਹ ਆਉਂਦੇ ਨੇ ਆਪ ਜਨਾਬ ਜੀ ਮੂੰਹ ਤੇ ਦਾੜ ਚਪੇੜਾਂ ਸ਼ੁਰੂ ਕਰ ਦਿੰਦੇ ਨੇ ਉਹ ਕਹਿੰਦਾ ਮੇਰਾ ਨਾ ਹਾਸਾ ਨਹੀਂ ਕਰਦਾ ਜਦੋਂ ਕੋਈ ਵੱਡੇ ਤੇ ਪੈਂਦੀ ਹੈ ਉਹਦੇ ਵਿੱਚ ਚਪੇੜਾਂ ਪੈਂਦੀਆਂ ਨੇ ਤੇ ਉਹ ਹੱਸਣਾ ਸ਼ੁਰੂ ਕਰ ਦਿੰਦਾ ਮੂੰਹ ਨੂੰ ਇੱਜ਼ਤ ਹੁੰਦਾ ਉਹਦੇ ਵੱਲ ਵੇਖਦਾ ਕਹਿੰਦਾ ਤੈਨੂੰ ਬਾਅਦ ਚ ਦੱਸਣਾ ਫਿਰ ਘਰ ਜਾ ਕੇ ਉਸ ਫਿਰ ਚਾਦਰ ਤੇ ਸੁੱਟ ਜਾਂਦੇ ਨਾਲ ਉਹ ਗਾਲਾਂ ਕੱਢਦੇ ਨੇ ਕਹਿੰਦੇ ਨੇ ਹੁਣ ਜੇ ਤੂੰ ਅਗਰ ਚਾਦਰ ਲਾਈ ਹੋਵੇ ਤੂੰ ਉਹਦੀ ਫੈਰ ਹੀ ਮਾਰਦਾ ਸਿੱਧਾ ਕੋਈ ਅੱਧਾ ਘੰਟਾ ਹੋ ਗਿਆ ਭਾਜੀ ਕੋਈ ਬੰਦੇ ਕੋਈ ਸ਼ੋਰ ਸ਼ਰਾਬਾ ਨਾ ਆਏ ਤੇ ਫਿਰ ਉਹਨੇ ਚਾਚੇ ਨੂੰ ਗੋਲੀ ਮਾਰੀ ਚਾਚਾ ਨੂੰ ਕਹਿੰਦਾ ਮੈਂ ਤੇਰੇ ਦੰਦ ਕੱਢ ਦੇਣੇ ਨੇ ਐਡਾ ਤੂੰ ਆਪ ਵੇਲ ਫਿਰ ਉਹਨਾਂ ਨੇ ਥੱਕ ਘਰ ਕੋ ਪੌਣੇ ਘੰਟੇ ਬਾਅਦ ਬੰਦੇ ਨੇ ਡਰਦੇ ਜਾਂਦੇ ਚਾਦਰ ਲਾਈ ਵੇਖੇ ਬੰਦਾ ਬੋਲ ਹੈ ਉਹਨਾਂ ਨੇ ਚਾਦਰਾਂ ਉਤੋਂ ਲਾਈਆਂ ਬੰਦਿਆਂ ਸਿਰ ਵੀ ਵੇਖਿਆ ਨਾਲ ਨੇ ਕਿਹਾ ਹੈ ਨਹੀਂ ਸਾਰਿਆਂ ਨੇ ਸਿਰ ਕੱਢੇ ਤੇ ਚਾਚਾ ਜੀ ਨਾਲ ਸਿਰ ਕੱਢੇ ਹੈਨੀਆਂ ਪਈਆਂ ਮਰਾ ਸਾਹਿਬ ਸਾਡੇ ਨਾਲ ਬੈਠਣ ਗੌਰਮੈਂਟ ਇਸਲਾਮੀ ਹਾਈ ਸਕੂਲ ਲਾਹੌਰ ਵਿੱਚ ਪੜ੍ਹਦੇ ਰਹੇ ਆ ਤੇ ਉਹਨੇ ਨਾ ਹੁਣ ਸਾਡੇ ਨਾ ਬੋਰਡ ਦੇ ਪੇਪਰ ਸਨ ਬੋਰਡ ਦੇ ਪੇਪਰਾਂ ਤੋਂ ਪਹਿਲੇ ਨਸੀਹਤ ਕਰਦੇ ਨੇ ਪੁੱਤਰ ਅਗਰ ਤੁਹਾਡੀ ਵੇ ਤਾਂ ਕੋਈ ਬੱਚਾ ਪਾਸ ਹੁੰਦਾ ਤੇ ਕੋਈ ਮੁਸ਼ਕਲ ਨਹੀਂ ਹੈ ਨਕਲ ਮਰਵਾਓ ਇੱਕ ਦੂਜੇ ਤੁਹਾਡਾ ਕੀ ਜਾ ਰਿਹਾ ਅਗਲਾ ਬੱਚਾ ਪਾਸ ਹੋ ਜਾਏਗਾ ਅਗਲੀ ਕਲਾਸ 'ਚ ਬਹਿ ਜਾਏਗਾ ਕਾਲਜ 'ਚ ਚਲਾ ਜਾਏਗਾ ਮੈਟ੍ਰਿਕ ਕਲੀਅਰ ਹੋ ਜਾਏਗਾ ਤੁਹਾਡੇ ਦੱਸਣ ਨਾਲ ਕੀ ਰਾਜਾ ਇਹਨੂੰ ਨਹੀਂ ਦੱਸਣਾ ਕਿਉਂ ਉਹਦਾ ਤੁਸੀਂ ਫਿਊਚਰ ਨਾਲ ਖੇਡਣਾ ਤੇ ਪੁੱਤਰ ਇੱਕ ਦੂਜੇ ਨੂੰ ਦੱਸੋ ਤੁਸੀਂ ਭਰਾ ਹੋ ਸਾਰੇ ਤੇ ਮੇਰਾ ਨਾ ਰਿਜ਼ਲਟ ਅੱਛਾ ਆਉਣਾ ਚਾਹੀਦਾ ਪਾਸ ਹੋਣੇ ਚਾਹੀਦੇ ਮੁੰਡੇ ਜ਼ਿਆਦਾ ਇਹ ਕਹਿੰਦੇ ਨੇ ਬਲਕਿ ਅਗਰ ਕੋਈ ਬੱਚਾ ਨਕਲ ਮਾਰਦਿਆਂ ਫੜਿਆ ਵੀ ਜਾਏ ਉਹਦੀ ਸਪੋਰਟ ਕਰੋ ਉਹਦੀ ਹੈਲਪ ਕਰੋ ਕਿ ਐਗਜ਼ਾਮੀਨਰ ਕੋਈ ਸਾਰੇ ਇਹਨੂੰ ਛੱਡ ਦਿਓ ਹੈ ਵਾਕਈ ਗਰੀਬ ਹੈ ਸਾਰੇ ਇੱਕੋ ਹੀ ਮਾੜੇ ਘਰ ਦਾ ਕੁਛ ਨਾ ਕੋ ਐਗਜ਼ਾਮੀਨਰ ਹਾਲ ਚੋਂ ਉਹਨੂੰ ਬਾਹਰ ਕੱਢਣ ਲੱਗੇ ਉਹਦੀ ਤੁਸੀਂ ਹੈਲਪ ਕਰੋ ਉਸ ਬੰਦੇ ਦੀ ਖੈਰ ਸਾਰੀਆਂ ਗੱਲਾਂ ਨਸੀਹਤਾਂ ਕਰਦੇ ਨੇ ਅਸੀਂ ਸਾਡਾ ਬੋਰਡ ਦੇ ਪੇਪਰ ਸ਼ੁਰੂ ਹੋ ਜਾਂਦੇ ਨੇ ਪਹਿਲੇ ਦਿਨ ਬੋਰਡ ਦਾ ਪੇਪਰ ਐਗਜ਼ਾਮੀਨਰ ਆਉਂਦਾ ਸਾਨੂੰ ਨਾ ਉਹ ਪੇਪਰ ਸ਼ੀਟ ਸੈਂਡ ਕੁਐਸਚਨ ਸ਼ੀਟ ਨਾਲ ਸਾਰਿਆਂ ਨੂੰ ਦਿੰਦਾ ਉਹ ਡਿਲੀਵਰ ਕਰਦਾ ਸਾਰਿਆਂ ਨੂੰ ਦਿੰਦਾ ਇੱਕ ਇੱਕ ਕਰਕੇ ਤੇ ਹਜੇ 5 ਮਿੰਟ ਹੁੰਦੇ ਨੇ ਤੇ ਇੱਕ ਸ਼ਹਜ਼ਾਦ ਸਾਡਾ ਇਹ ਕਲਾਸ ਪਹਿਲਾਂ ਉਹ ਮੁੰਡੇ ਨੂੰ ਨਾ ਸਿਰਫ ਇੰਨਾ ਜਿਹਾ ਪੁੱਛਦਾ ਕਿ ਸਰ ਯਾਰ ਇਹ ਸਵਾਲ ਕਿਹੜੀ ਸਵਾਲ ਦੀ ਸਮਝ ਨਹੀਂ ਥੋੜਾ ਜਿਹਾ ਪੁੱਛਦਾ ਐਵੇਂ ਪੰਜਵਾਂ ਸਵਾਲ ਇੰਨੀ ਦਿਨ ਨੂੰ ਐਗਜ਼ਾਮੀਨਰ ਆ ਜਾਂਦਾ ਵੇਖ ਲੈਂਦਾ ਉਹ ਸਿੱਧਾ ਉਹਦੇ ਸੀਟ ਤੇ ਆ ਜਾਂਦਾ ਹੈਲੋ ਕਿ ਆਪਣਾ ਪੇਪਰ ਕਰ ਉਹਨੇ ਨੂੰ ਕੁਛ ਨਹੀਂ ਕਿਹਾ ਹੀ ਕਹਿ ਕੇ ਯਾਰ ਹੈਲੋ ਆਪਣਾ ਪੇਪਰ ਕਰ ਉਧਰੋਂ ਇੱਕ ਮੁੰਡਾ ਸਾਰਿਆਂ ਨੂੰ ਕੱਖ ਨਾ ਕਿਹਾ ਬੜਾ ਹੀ ਗਰੀਬ ਘਰ ਦੂਜਾ ਸਰ ਜੀ ਇਹਦੀ ਅੰਮੀ ਮਾਂ ਵੀ ਨਹੀਂ ਹੈਨੀ ਇਹਦਾ ਪਿਓ ਮਰ ਗਿਆ ਦਾ ਇਹਦਾ ਚਾਚਾ ਇੰਜ ਦਾ ਛੱਡ ਗਿਆ ਦਾ ਇਹਨਾਂ ਨੂੰ ਇਹਦੇ ਮਾਮੇ ਇਹਦੇ ਸਕੇ ਨਹੀਂ ਉਹ ਸਾਰੇ ਕਲਾਸ ਪਿੱਛੇ ਪੈ ਜਾਂਦੀ ਹੈ ਐਗਜ਼ਾਮੀਨਰ ਵੀ ਡਰ ਜਾਂਦਾ ਹੋਇਆ ਇਹਨੂੰ ਮੈਂ ਕਿਹਾ ਕੀ ਇਹਨੇ ਤਾਂ ਹੱਥ ਨਹੀਂ ਲਾਇਆ ਤੇ ਅੱਕ ਕੇ ਨਾ ਸ਼ੀਰ ਮਾਰਦਾ ਕਹਿੰਦਾ ਚਬਲੋ ਮੈਂ ਪੁੱਛਿਆ ਕੀ ਹੈ ਪੇਪਰ ਦੇ ਸ਼ੁਰੂ ਹੋ ਲੰਦੋ ਮੈਂ ਕੋ ਮੇਰੇ ਸਰ ਜੀ ਮੇਰਾ ਸਾਰਾ ਕੁਝ ਹੈ ਕੋਈ ਗਵਰਨਮੈਂਟ ਇਸਲਾਮੀ ਹਾਈ ਸਕੂਲ ਵਿੱਚ ਪੜ੍ਹਦਾ ਹਾਂ ਹੜਤਾਲ ਸੀ ਸਾਡੇ ਨਾਲ ਉਦੋਂ ਬੱਸਾਂ ਨਹੀਂ ਚੱਲ ਰਹੀਆਂ ਪਾਕਿਸਤਾਨ ਹੜਤਾਲ ਹੋਣ ਬੱਸਾਂ ਨਾ ਚੱਲਦੀਆਂ ਹੁਣ ਵੈਗ ਨਾ ਬੰਦ ਹੋਏ ਸਟੂਡੈਂਟ ਨੇ ਜਾਣਾ ਹੋਏ ਦੂਰ ਜਗ੍ਹਾ ਤੇ ਉਹ ਕਿਸੇ ਕੋ ਵਿਚਾਰੇ ਲਿਫਟ ਮੰਗਣ ਦੀ ਕੋਸ਼ਿਸ਼ ਕਰਨਗੇ ਪੈਦਲ ਤੁਰ ਪੈਣਗੇ ਗੱਡੀਆਂ ਨਹੀਂ ਚੱਲਦੀਆਂ ਐਨੀ ਦਿਨ ਨੂੰ ਅਸੀਂ ਖੜੇ ਹਾਂ ਕੋਈ ਕਲਾਸ ਪਹਿਲੋਂ ਕਾਫੀ ਕੋਈ 20-25 ਹਾਂ ਇੱਕ ਹੀ ਸਾਈਡ ਤੋਂ ਜਾਣਾ ਸੀ
ਇੱਕ ਮੁੰਡਾ ਸੀ, ਮੈਂ ਵਾਲਟਨ ਜਾਣਾ ਸੀ ਤੇ ਉਹਨੇ ਆਰੇ ਬਾਜ਼ਾਰ ਜਾਣਾ ਸੀ ਤੇ ਅਸੀਂ ਨਾ ਸਦਰ ਕੈਂਟ ਮੈਂ ਖੜਾ ਹਾਂ ਤੇ ਉਹ ਦੂਰੋਂ ਨਾ ਕਿਤੇ ਉਹਦਾ ਯਾਰ ਆ ਰਿਹਾ ਖੋਦੀ ਰੇੜੀ ਤੇ ਉਹ ਨਾ ਹੁਣ ਪਹਿਲੇ ਨਾ ਸ਼ੋਖਾ ਹੋ ਗਿਆ ਤੇ ਸਾਡੇ ਨਾਲ ਨਾ ਇੰਜ ਕਾਲਰ ਆ ਉਹਨੇ ਉੱਤੇ ਕਰ ਲਿਆ ਤੇ ਸਾਡੇ ਅੱਗੇ ਇੰਜ ਨਾ ਬਸਤਾ ਪਾ ਕੇ ਨਾ ਇੰਜ ਫਿਰਨ ਲੱਗ ਪਿਆ ਬੜੇ ਸ਼ੌਕੇ ਨਾਲ। ਹਾਂ ਕਹਿੰਦਾ ਤੁਸੀਂ ਮਰੋ ਇੱਥੇ ਹੀ ਚੱਲੇ ਆ ਆਪਣਾ ਤੇ ਹੋ ਗਿਆ ਬੰਦੋਬਸਤ। ਉਹ ਆਪਣਾ ਜੀਰਾ ਭਰਾ ਲਾਗੇ ਆਂਦਾ ਹੈ, ਜੀਰੇ ਹਾਂ ਜੀ ਕੈਸਾ ਹੈ ਨਾਲ ਹੀ ਨਾ ਇੰਜ ਬਸਤਾ ਉਹਨੂੰ ਸੁੱਟਦਾ ਤੇ ਜੇ ਕਹਿੰਦਾ ਮੈਂ ਪਿੱਛੇ ਪਿਆ ਲੱਗਾ ਉਹਨੂੰ ਕਹਿੰਦਾ ਕਿ ਨਾ ਬੈਠੀ ਜਾਂ ਨਾ ਉਹ ਇਸ਼ਾਰਾ ਜੇ ਕਰਦਾ ਕਿ ਨਾ ਬੈਠੀ ਉਹਨਾਂ ਨੂੰ ਛਾਲ ਮਾਰ ਦਿੰਦਾ। ਉਹ ਛਾਲ ਮਾਰਦਾ ਨਾ ਉਹ ਸੀਮਟ ਦੇ ਤੋੜੇ ਪਏ ਹੁੰਦੇ ਨੇ ਉਹ ਛਾਲ ਮਾਰਦਾ ਤੇ ਖੋਤਾ ਹੀ ਤਾਂ ਨੂੰ ਸੀਮਟ ਦੇ ਬੋਰੇ ਉਹਦੇ ਉੱਤੇ ਸਾਰੇ ਹੀ ਆਪ ਸਭ ਤੋਂ ਥੱਲੇ ਆ ਵੀ ਜਿਹੜਾ ਜੀਰਾ ਹੁੰਦਾ ਵੀ ਕਲਾ ਬਾਜ਼ੀਆਂ ਮਾਰਦਾ ਥੱਲੇ ਨੂੰ ਤੇ ਖੋਤੇ ਗੀਆਂ ਇੰਜਨ ਘਾ ਰਹੀ ਚੰਗਾ ਗਿਆ ਉੱਤੇ। ਅਸੀਂ ਦੌੜਦੇ ਜਾਂਦੇ ਆ ਫਟਾਫਟ ਨੂੰ ਥੱਲੋਂ ਕੱਢਨੇ ਆ ਖੋਤੀ ਜਿਹੜੀ ਥੱਲੇ ਕਰਦੇ ਆ ਜੀਰੇ ਨੂੰ ਕੱਢਨੇ ਆ ਰੂਣ ਨੂੰ ਕੱਢਨੇ ਆ ਤੇ ਜੀਰਾ ਸਿੱਧਾ ਹੁੰਦਾ ਨੇ ਸੋਟਾ ਫੜਿਆ ਹੁੰਦਾ ਸਿੱਧਾ ਉਹਦੇ ਪਿੱਛੇ ਰੂਣ ਤੇ ਉਹਨੂੰ ਮਾਰਨ ਵਾਸਤੇ ਕਹਿੰਦਾ ਜੀਰੇ ਆ ਕੀ ਕਰਨ ਦੇ ਕਹਿੰਦਾ ਤੇਰੇ ਮੈਂ ਜੀਰੇ ਦੀ ਦਿਹਾੜੀ ਔਖੀ ਔਖੀ ਲੱਗਣੀ ਕਿ ਹੜਤਾਲਾਂ ਦੇ ਦਿਨ ਤੂੰ ਮੇਰਾ ਕੀ ਕੰਮ ਕਰ ਛੜਿਆ ਬੋਰੇ ਮੇਰੇ ਪਾੜ ਛੜੇ ਨੇ ਉਹਨੂੰ ਇਹਨੂੰ ਫੜੇ ਤੇ ਇਥੋਂ ਨਾ ਕਾਲਰ ਤੂੰ ਕਦੇ ਧੋਣ ਤੂੰ ਇੰਜ ਨੂੰ ਨਾ ਮਰੋੜੇ ਰਗੜੇ ਦੇ ਅਸੀਂ ਨਾਲ ਰਲ ਕੇ ਮੁੰਡੇ ਹੋਈ ਜਨਾਬ ਜੀ ਸਾਰੇ ਨਾ ਰੇੜੇ ਤੇ ਨਾਲ ਦੀ ਧੋੜੇ ਹੀ ਰਪਾਤ ਤੇ ਰੇੜੀ ਚੱਲਣ ਲੱਗਾ ਪਿੱਛੇ ਹੋ ਜਾ ਦੂਰ ਹੋ ਕੇ ਖਲੋ ਚੱਲ ਮੈਨੂੰ ਤੂੰ ਮਹੱਲੇ 'ਚ ਨਜ਼ਰ ਨਾ ਆਈ ਉਹਨਾਂ ਹੁਣ ਚਲਾ ਜਾਂਦਾ ਸਾਡੇ ਕੋਲ ਖਲੋ ਜਾਂਦਾ ਤਾਂ ਹੁੰਦਾ ਇੱਧਰ ਉੱਧਰ ਤੇ ਇੱਕ ਨਾ ਖੋਤੀ ਰੇੜੇ ਲਾ ਹੋਰ ਪਿੱਛੋਂ ਆ ਰਿਹਾ ਹੁੰਦਾ ਤੇ ਅਸੀਂ ਉਹਨੂੰ ਹੁਣ ਵੇਖ ਕੇ ਪਤਾ ਤੇ ਕਰ ਜੀਰਾ ਤੇ ਨਹੀਂ ਕਿਤੇ ਮੇਲਾ ਹੁੰਦਾ ਇੱਕ ਥਾਂ ਤੇ ਉਹਨਾਂ ਬੰਦਿਆਂ ਦਾ ਆਰਡਰ ਕਰਦੇ ਨੇ ਕਿ ਆਖ ਨਾ ਬੰਦੇ ਕੋ ਕਰਤਬ ਵਗੈਰਾ ਵਖਾ ਉਹਨਾਂ 8-10 ਬੰਦੇ ਹੁੰਦੇ ਨੇ ਉੱਥੇ ਪਹੁੰਚ ਜਾਂਦੇ ਨੇ ਮੇਲੇ ਤੇ ਉੱਥੇ ਮੇਲੇ ਤੇ ਨਾ ਇੱਕ ਛੋਟਾ ਜਿਹਾ ਕੱਚਾ ਜਿਹਾ ਹਾਲ ਹੁੰਦਾ ਤੇ ਉੱਥੇ ਨਾ ਬੰਦੇ ਨੇ ਕਰਤਬ ਆ ਕੇ ਕਰਨਾ ਸ਼ੁਰੂ ਕਰ ਦਿੰਦੇ ਨੇ ਉੱਥੇ ਵੇਖਦੇ ਵੀ ਸਭ ਤੋਂ ਅੱਗੇ ਨਾ ਕਿਤੇ ਚੌਧਰੀ ਬੈਠੇ ਤੇ ਪਿੱਛੇ ਗੱਲਾਂ ਲਈ ਬੈਠੇ ਨੇ ਸਾਰੇ ਕੋਈ ਬਾਹਰ ਦਾ ਬੰਦਾ ਨਹੀਂ ਹੈ ਉਹਨਾਂ ਦਾ ਆਪਣਾ ਹੀ ਹੈ ਉਹ ਕਿਤੇ ਚੌਧਰੀ ਕਿਤੇ ਕੁੱਤਾ ਜਿੱਤਿਆ ਸੀ ਉਹਨਾਂ ਦੀ ਸ਼ੋਅ ਕਰਵਾ ਤਾ ਜਾਂਦੇ ਨਾ ਠੀਕ ਹੈ ਉਹ ਸ਼ੋਅ ਕਰਦੇ ਹੁਣ ਇੱਕ ਬੰਦਾ ਜਿਹੜਾ ਹੁੰਦਾ ਬਦਮਾਸ਼ ਦਾ ਉਹਦਾ ਰੋਲ ਹੁੰਦਾ ਆ ਕੇ ਕਹਿੰਦਾ ਓਏ ਮੇਰੀ ਰਾਤ ਜਾ ਕੋ ਬਦਮਾਸ਼ ਕੋਈ ਜੰਮਿਆ ਹੀ ਨਹੀਂ ਦੁਨੀਆ ਤੇ ਚੌਧਰੀ ਵੀ ਸਾਹਮਣੇ ਬੈਠਾ ਹੁੰਦਾ ਉਹਨੇ ਗੱਲ ਫੜੀ ਹੁੰਦੀ ਹੈ ਡਰਾਮਾ ਮੁੱਕ ਜਾਂਦਾ ਤੇ ਉਹਨਾਂ ਚੌਧਰੀ ਹੋਰੀ ਨਾ ਉਹਨੂੰ ਜੇ ਡਰਾਮਾ ਮੁੱਕਦਾ ਤੇ ਚੌਧਰੀ ਦੇ ਜੇ ਬੰਦੇ ਹੁੰਦੇ ਨੇ ਉਹਨੂੰ ਫੜ ਕੇ ਲੈ ਜਾਂਦੇ ਚੌਧਰੀ ਕਹਿੰਦੇ ਨੇ ਉਹ ਤੂੰ ਕਿੱਡਾ ਕੁ ਬਦਮਾਸ਼ ਆ ਮੇਰੀ ਰਾਤ ਦਾ ਬਦਮਾਸ਼ ਮੁੱਕੇ ਜੰਮੇ ਹੀ ਕੋਈ ਨਹੀਂ ਕਿੱਡਾ ਕੁ ਬਦਮਾਸ਼ ਉਹ ਇਹਦੇ ਪੈਰਾਂ 'ਚ ਫੈਰ ਮਾਰੋ ਸਾਨੂੰ ਪਤਾ ਲੱਗੇ ਕਿੱਡਾ ਕੁ ਬਦਮਾਸ਼ ਹੈ ਉਹ ਕਿ ਸਰ ਜੀ ਮੈਂ ਤੇ ਡਰਾਮਾ ਕਰਨ ਡਿਆ ਤੇ ਮੈਨੂੰ ਤੇ ਪਤਾ ਹੀ ਨਹੀਂ ਹੈ ਤੇ ਕਿ ਡਰਾਮਾ ਹੁੰਦਾ ਇਹ ਕੀ ਡਰਾਮੇਬਾਜ਼ੀ ਸਾਡੇ ਪਿੰਡ ਆ ਕੇ ਡਰਾਮੇ ਕਰਨਾ ਤੂੰ ਬਦਮਾਸ਼ ਇਹਨੂੰ ਲੰਮਾ ਪਾਓ ਉਹ ਤਰਲੇ ਪਾਏ ਇੱਕ ਸਾਡੇ ਡਰਾਮੇ ਦਾ ਹਿੱਸਾ ਹੀ ਸਰ ਜੀ ਮੈਂ ਕੋਈ ਬਦਮਾਸ਼ ਨਹੀਂ ਮੈਂ ਆਮ ਜਿਹਾ ਮਸਕੀਨ ਜਿਹਾ ਬੰਦਾ ਵਾਂ ਠੀਕ ਆ ਮਾੜਾ ਜਿਹਾ ਬੰਦਾ ਮੈਨੂੰ ਮਾਫ ਕਰ ਮਜ਼ਾ ਹੀ ਡਰਾਮੇ ਚ ਮੈਂ ਬਣਾ ਉਹ ਨਹੀਂ ਇਹਨੂੰ ਜ਼ਰਾ ਲੰਮਾ ਪਾਓ ਤੁਸੀਂ ਇਹਨੂੰ ਪਤਾ ਲੱਗਿਆ ਐਡੀ ਬਦਮਾਸ਼ੀ ਦੀ ਮੁਕਾਓ ਉਹ ਲੰਮਾ ਪਾ ਲੈਂਦੇ ਨੇ ਹੁੰਦਾ ਮਹਿਫਲੀ ਨਾਤ ਨਾਲ ਮਹਿਫਲ ਹੁੰਦੀ ਹੈ ਉੱਥੇ ਰਾਤ ਨੂੰ ਲੇਟ ਹੋ ਜਾਂਦੀ ਹੈ ਘਰ ਦਾ ਦਰਵਾਜ਼ਾ ਬੰਦ ਸੀ ਤੇ ਥੋੜੀ ਅੱਗੇ ਨਾ ਮਸਜਿਦ ਸੀ ਤੇ ਕਹਿੰਦਾ ਮਸਜਿਦ ਦੀ ਮੈਂ ਕੰਧ ਉਹਨੂੰ ਟੱਪਣਾ ਵਾ ਅੱਗੇ ਤੇ ਅੰਦਰ ਜਾਣਾ ਤੇ ਅੰਦਰ ਨਾ ਉਹ ਜਨਾਜ਼ੇ ਵਾਲਾ ਮੰਜਾ ਨਹੀਂ ਹੁੰਦਾ ਉੱਥੇ ਮੈਂ ਲੰਮਾ ਪੈ ਜਾਣਾ ਜਾ ਕੇ ਤੇ ਮਸਜਿਦ ਦਾ ਇਮਾਮ ਸੀ ਉਹਦਾ ਨਾਂ ਹੀ ਮੌਲਵੀ ਅਮੀਨ ਉਹਦੀ ਆਦਤ ਸੀ ਕਿ ਜੁੱਤੀ ਜਿਹੜੀ ਨਾ ਉਹ ਮੰਜੀ ਦੇ ਕੋਲ ਲਾਉਂਦਾ ਹੁੰਦਾ ਕੋਈ ਮੌਲਵੀ ਅਮੀਨ ਆਂਦਾ ਤੇ ਉਹਨਾਂ ਦੀ ਜੁੱਤੀ ਕੋਲ ਲਾਉਂਦਾ ਉਹਨਾਂ ਮੰਜੀ ਤੇ ਅਜੇ ਲੰਮਾ ਪਿਆ ਹੁੰਦਾ ਤੇ ਉਹਨੂੰ ਕੋਲ ਆਉਂਦਾ ਨਾ ਤੇ ਉੱਤੇ ਚਿੱਟੀ ਚਾਦਰ ਵੀ ਉਹਨੇ ਲਈ ਹੁੰਦੀ ਹੈ ਉਹ ਚਿੱਟੀ ਚਾਦਰ ਜੁੱਤੀ ਲਾਉਂਦਾ ਤੇ ਅੰਜੋ ਬਹਿ ਜਾਂਦਾ ਮੋਰ ਵੀ ਪੈਰੀ ਉਹ ਲਾਉਂਦਾ ਦੌੜ ਉਹ ਤਾਂ ਖਲੋਂਦਾ ਹੀ ਨਹੀਂ ਪਿੰਡ ਵਾਲੇ ਵੀ ਬੰਦੇ ਕਹਿੰਦੇ ਅੱਜ ਫਜਰ ਦੀ ਅਜ਼ਾਨ ਨਹੀਂ ਹੋਣੀ ਅਜ਼ਾਨ ਹੀ ਨਹੀਂ ਹੁੰਦੀ ਜਾਂਦੇ ਨਹੀਂ ਮਸੀਤੇ ਡਰ ਕੇ ਤੇ ਦੁਪਹਿਰ ਨੂੰ ਜ਼ੋਹਰ ਵੇਲੇ ਬੰਦੇ ਇਕੱਠੇ ਹੁੰਦੇ ਫਿਰ ਮੌਲਵੀ ਕਹਿੰਦਾ ਭਈਆ ਤੇ ਰਾਤ ਦੀ ਕੁਛ ਹੈ ਪਤਾ ਨਹੀਂ ਕੋਈ ਮੁਰਦਾ ਜ਼ਿੰਦਾ ਹੋ ਉਹ ਬਾਹਰ ਦੀ ਸ਼ਹਿਰ ਉਹ ਬਾਅਦ ਚ ਮੁੰਡਾ ਜਿਹੜਾ ਦੂਸਰਾ ਇੱਕ ਹੁੰਦਾ ਪਿੰਡ ਦਾ ਕੋਈ ਹੋਰ ਉਹਨੂੰ ਦੱਸਦਾ ਕਿ ਨਹੀਂ ਸਾਨੂੰ ਮੈਂ ਕਰਦੀ ਅਸਰ ਹੋਇਆ ਉਹ ਮੀਨ ਨੂੰ ਪੈ ਜਾਂਦਾ ਕਹਿੰਦਾ ਤੂੰ ਮੇਰੀ ਸਵੇਰ ਚ ਨਮਾਜ਼ ਨਹੀਂ ਪੜਨ ਦੀ ਤੂੰ ਅਜ਼ਾਨ ਨਹੀਂ ਦੇਣੀ ਮੇਰੇ ਆਪਣੇ ਆਪ ਦੋਸਤ ਨਾ ਉਹਨੇ ਭੰਗ ਵਗੈਰਾ ਪੀਤਾ ਸੀ ਉਹਦਾ ਸ਼ੌਕ ਸੀ ਉਹਦੇ ਨਾਲ ਘਰ ਆਉਂਦੇ ਨੇ ਉਹਦੇ ਨਾਲ ਰਿਸ਼ਤੇਦਾਰ ਕਿਤੇ ਕੁੱਟੀਆਂ ਤਾਈਆਂ ਅੱਗੇ ਇਕੱਠੇ ਰਲ ਕੇ ਨਾ ਬੈਠੇ ਹੁੰਦੇ ਨੇ ਉਹ ਘਰ ਵਾਲੇ ਨੇ ਕਿਤੇ ਘਰ ਵਾਲੇ ਕਹਿੰਦੇ ਨੇ ਕਿ ਪੁੱਤਰ ਕੋਈ 200 ਦਾ ਪਿਆ ਸਾਨੂੰ ਬਣਾ ਦੇ
ਕੋਈ ਲੱਸੀ ਲੁੱਸੀ ਉਹ ਕਹਿੰਦਾ ਠੀਕ ਹੈ। ਉਹ ਕੀ ਕਰਦਾ ਉਹਨਾਂ ਵਿੱਚ ਨਾ ਬੂਟੀ ਪਾ ਕਰਦਾ। ਉਹ ਜਿੰਨੀਆਂ ਵੀ ਬੀਬੀਆਂ ਹੁੰਦੀਆਂ ਨੇ ਬੰਦੇ ਹੁੰਦੇ ਨੇ ਵਾਵਾ ਕੋਈ 12-14 ਜੀ ਹੁੰਦੇ ਨੇ ਸਾਰੇ ਬੂਟੀ ਪੀ ਲੈਂਦੇ ਨੇ। ਹੁਣ ਸਾਰੇ ਜੀ ਹੱਸ ਰਹੇ ਨੇ ਹੁਣ ਉਹਨਾਂ ਨੂੰ ਗਾਲਾਂ ਕੱਢ ਰਹੇ ਨੇ। ਉੱਤਰ ਜਾਣਾ ਤਾਂ ਕੱਖ ਨਾ ਰਹੇ ਨਾਲ ਹੀ ਅੱਲਾ ਠੀਕ ਹੈ। ਕਿਸੇ ਨੇ ਮੰਜੀ ਦੀ ਦੂਣਾ ਫੜ ਲਈ ਦੀਆਂ ਨੇ ਕਿ ਮੈਂ ਉੱਡਣ ਡਿਆ ਕਿ ਕਾਰ ਦੀ ਵੀ ਆਨੀ ਜੀ ਜੋ ਕਿਤੇ ਦਰਾੜ ਪਈ ਦੀ ਪੌੜੀ ਹੈ ਉੱਥੇ ਪੈਰ ਨਾ ਰੱਖਣ ਹੋਏ। ਕੋਈ ਇੱਧਰ ਨੂੰ ਦੌੜਨ ਡਿਆ, ਕੋਈ ਆ ਹੱਸੀ ਜਾ ਰਿਹਾ, ਕੋਈ ਰੋਈ ਜਾਣ ਡਿਆ ਤੇ ਉਹ ਗਾਲਾਂ ਕੱਢਣ ਜਾਣੇ ਕੀ ਕੀਤਾ ਹੀ ਸਾਡੇ ਨਾਲ। ਉਹ ਕਿਤੇ ਬੂਟੀ ਦਾ ਕੋਈ ਨਸ਼ਾ ਉਤਰਿਆ 2-4 ਘੰਟੇ ਬਾਅਦ ਉਹ ਮੁੰਡਾ ਬਾਹਰ ਨਿਕਲ ਕੇ ਉਹਨੇ ਪਤਾ ਅੱਬਾ ਤੇ ਮਾਂ ਪਿਓ ਨੇ ਛੱਡਦੇ ਹੀ ਨਹੀਂ ਨਾਲ ਉਹ ਹੱਸਣ ਨਾਲ ਉਹਨੂੰ ਗੁੱਸਾ ਵੀ ਆਏ। ਸਾਡੇ ਪੁੱਤਾਂ ਨੇ ਸਾਰੇ ਟੱਬਰ ਦਾ ਕੀਤਾ ਕੀ। ਸਾਡੇ ਪਿੰਡ ਦਾ ਇੱਕ ਬੰਦਾ ਸੀ ਲੁੱਦੜੂ ਦਾ ਨਾਮ ਸੀ। ਸਾਡੇ ਕਜ਼ਨਾਂ ਚੋਂ ਸਭ ਤੋਂ ਵੱਡਾ ਕਜ਼ਨ ਹੈ ਆਮਰ ਨਾਲ ਕਰਨ ਦਾਖਲ ਹੋਇਆ ਇਸ ਸਕੂਲ 'ਚ ਨਾ। ਭਾਈ ਅਮਰ ਕੱਚੀ ਦਾਖਲ ਹੋਇਆ ਤੇ ਲੁੱਦੜ ਵੀ ਨਾਲ ਕੱਚੀ ਦਾਖਲ ਹੋਇਆ। ਉਹਦਾ ਦਿਮਾਗ ਤੋਂ ਜਰਾ ਹੌਲਾ ਸੀ। ਭਾਈ ਅਮਰ ਪੱਕੀ 'ਚ ਹੋ ਗਿਆ ਪਾਸ ਹੋ ਕੇ, ਲੁੱਦੜ ਕੱਚੀ 'ਚ। ਭਾਈ ਅਮਰ ਪਹਿਲੀ 'ਚ, ਲੁੱਦੜ ਕੱਚੀ 'ਚ। ਭਾਈ ਅਮਰ ਦੂਜੀ 'ਚ, ਲੁੱਦੜ ਕੱਚੀ 'ਚ। ਭਾਈ ਅਮਰ ਤੀਜੀ 'ਚ, ਲੁੱਦੜ ਕੱਚੀ 'ਚ। ਉਸਨੇ ਇੱਕ ਛੋਟਾ ਉਹਦਾ ਭਰਾ ਸੀ ਮਿੱਠੂ ਭਾਈ ਚੀਚ, ਉਹਦੇ ਨਾਲ ਆ ਕੇ ਦਾਖਲ ਹੋ ਗਿਆ ਲੁੱਦੜ ਕੱਚੀ 'ਚ। ਭਾਈ ਮਿੱਠੂ ਪੱਕੀ 'ਚ, ਲੁੱਦੜ ਕੱਚੀ 'ਚ। ਭਾਈ ਮਿੱਠੂ ਤੀਜੀ 'ਚ, ਲੁੱਦੜ ਕੱਚੀ 'ਚ। ਉਹ ਘਰ ਉਹ ਜਿਹੜੇ ਮਾਸਟਰ ਸਨ ਉਹਨਾਂ ਨੇ ਕਿਹਾ ਯਾਰ ਇਸ਼ਤਿਹਾਰੀ ਉਹਨਾਂ ਨੇ ਕਰਾਰ ਦੇ ਦਿੱਤਾ। ਕਹਿੰਦੇ ਨੇ ਸਾਡੀਆਂ ਪੇਪਰ ਸ਼ੀਟਾਂ ਲਾਉਂਦਾ, ਸਾਲ ਦੇ ਪੈਸੇ ਵੀ ਜਾਂਦੇ ਨੇ। ਉਹ ਜਿਹੜੇ ਐਕਸਟਰਾ ਸ਼ੀਟਾਂ ਲਾਉਂਦਾ ਸਾਡਾ ਖਰਚਾ ਹੀ ਹੁੰਦਾ, ਲਿਖਦਾ ਕੱਖ ਵੀ ਨਹੀਂ। ਕੋਈ ਪਤਾ ਨਹੀਂ ਦਾੜੀ ਮੁਛਾਣੀ ਸ਼ੁਰੂ ਹੋ ਗਈ ਤੇ ਟੀਚਰਾਂ ਨੇ ਮੈਨੂੰ ਥੱਕ ਹਾਰ ਕੇ ਉਹਨੂੰ ਪੱਕੀ 'ਚ ਕਰਤਾ। ਲੈ ਪਈ ਉਹ ਜਿਹੜਾ ਸਾਡਾ ਕਜ਼ਨ ਸੀ ਭਾਈ ਮਿੱਠੂ ਉਹ ਹਾਈ ਸਕੂਲ ਚਲਾ ਜਾਂਦਾ 6ਵੀਂ 'ਚ ਤੇ ਲੁੱਦੜ ਪੱਕੀ 'ਚ। ਉਹ 7ਵੀਂ 'ਚ ਲੁੱਦੜ ਪੱਕੀ 'ਚ। ਸਭ ਤੋਂ ਛੋਟਾ ਭਰਾ ਹੈ ਉਹ ਭਾਈ ਇਰਫਾਨ ਉਹਦੇ ਨਾਲ ਦਾਖਲਾ ਹੁੰਦਾ। ਉਹ 25 'ਚ ਲੁੱਦੜ ਅਜੇ ਪੱਕੀ 'ਚ ਹੁੰਦਾ। ਉਹ ਪੱਕੀ 'ਚ ਲੁੱਦੜ ਪੱਕੀ ਵਿੱਚ ਘਰ ਥੱਕ ਹਾਰ ਕੇ ਉਹਨੂੰ ਸਕੂਲੋਂ ਨਾ ਉਠਾ ਲਿਆ ਕਿ ਤੂੰ ਕੰਮ ਸ਼ਮ ਕਰ। ਕਹਿੰਦੇ ਨਹੀਂ ਮੈਨੂੰ ਤਾਲੀਮ ਹਾਸਲ ਕਰਨ ਦਾ ਬੜਾ ਸ਼ੌਕ ਹੈ। ਇੱਕ ਦਿਨ ਕਿਤੇ ਬੱਸ ਤੇ ਆ ਰਿਹਾ ਸੀ ਤੇ ਬੱਸ ਵਾਲਿਆਂ ਨੇ ਕਿਹਾ ਉਹਨੂੰ, ਬੱਸ ਵਾਲੇ ਨੂੰ ਕਿਹਾ ਕਿ ਮੈਨੂੰ ਇੱਥੇ ਸਟਾਪ ਤੇ ਲਾ ਦੇ। ਬੱਸ ਵਾਲੇ ਨੇ ਕਿਹਾ ਨਹੀਂ ਇਹ ਵਾਲਾ ਸਟਾਪ ਹੀ ਅਗਲਾ ਸਟਾਪ ਤੇ ਉੱਥੇ ਲਾਉਂਦੇ ਆ। ਉਹਨੇ ਜਲਦੀ ਬੱਸ ਤੋਂ ਛਾਲ ਮਾਰਤੀ, ਸੱਟਾਂ ਸੁੱਟਾਂ ਲੱਗੀਆਂ। ਘਰ ਆ ਕੇ ਕਹਿੰਦਾ ਮੈਂ ਤੁਹਾਡੇ ਮੈਂ ਸਿਰ ਚਾੜ ਕੇ ਮੈਂ ਮਰ ਜਾਣਾ ਤੇ ਮੈਨੂੰ ਦੱਸਣਾ ਪਰ ਮੈਨੂੰ ਤਾਲੀਮ ਹਾਸਲ ਕਰਾਂ। ਉਦੋਂ ਨਈ ਰੋਜ਼ ਹੀ ਨਾ ਸਕੂਲ ਸ਼ੁਰੂ ਹੋਏ। ਉਹ ਕੀ ਕਰਦਾ ਕਿ ਫਿਰ ਉਹ ਜਿਹੜਾ ਸਾਡਾ ਕਜ਼ਨ ਹੁੰਦਾ ਹਾਈ ਸਕੂਲ ਪਹੁੰਚ ਗਿਆ ਹੁੰਦਾ। ਉਹ 6ਵੀਂ 'ਚ ਲੁੱਦੜ ਕੱਚੀ 'ਚ, ਉਹ 7ਵੀਂ 'ਚ ਲੁੱਦੜ ਕੱਚੀ 'ਚ, ਉਹ 8ਵੀਂ 'ਚ ਲੁੱਦੜ ਕੱਚੀ 'ਚ। ਲੈ ਵੀ ਲੁੱਦੜ ਕੋਲੋਂ ਅੱਜ ਤੱਕ ਸਾਰੀ ਜ਼ਿੰਦਗੀ ਕੱਚੀ ਨਹੀਂ ਹੋਈ। ਸੁਣਿਆ ਉਹ ਦੁਬਈ ਵੀ ਕਿਤੇ ਆਇਆ ਹੈ 10 ਸਾਲ ਹੋ ਗਏ ਨੇ, ਜਿੰਨੀ ਸੈਲਰੀ ਤੇ ਲੱਗਾ ਹੈ ਉਸ ਤੋਂ ਉੱਤੇ ਸੈਲਰੀ ਤੇ ਵੀ ਬਣਦਾ। ਪੇਟ ਨਾ ਠੀਕ ਨਹੀਂ ਪੈਰਾ ਦਿੰਦੇ ਆ ਤੇ ਠੀਕ ਨਹੀਂ ਪੈਰਿਆ ਦਿੰਦੇ ਆ ਨਾ ਰਾਤ ਦੇ ਕੋਈ ਜਾਰੀ ਗੱਲ ਰਾਤ ਨੂੰ ਪੈਰਾ ਚੱਲਦਾ ਹੈ ਵਾਰੀ ਸਿਰ ਹੁੰਦਾ ਹੈ। ਇੱਕ ਸਾਡਾ ਯਾਰ ਦੋਸਤ ਤੇ ਉਹ ਨਾ ਕਾਫੀ ਹੈਲਦੀ ਦੀ ਫੋਟੋ ਅਸੀਂ ਕੀਤਾ ਕਿ ਸਾਡੀਆਂ ਜਿੱਥੇ ਅਸੀਂ ਚੌਕ ਤੇ ਖੜੇ ਹੁੰਦੇ ਹਾਂ ਮਸ਼ਹੂਰ ਹੈ ਜੰਡਿਆਲੇ ਵਾਲਾ ਚੌਕ। ਉਹ ਚੌਕ ਨਾ 4 ਪਾਸੋਂ ਗਲੀਆਂ ਆਉਂਦੀਆਂ ਬਲਕਿ ਉਹਨੂੰ 6 ਰਸਤੇ ਲੱਗਦੇ ਹਨ। ਅਸੀਂ ਉੱਥੇ ਨੁੱਕਰ ਤੇ ਅਸੀਂ ਪਲਾਨ ਕੀ ਬਣਾਇਆ ਉੱਥੇ ਅਸੀਂ ਨੁੱਕਰ ਤੇ ਬਹਿ ਜਾਂਦੇ ਆ ਤੇ ਜਿਹੜੇ ਬੰਦੇ ਨਾਲ ਸ਼ਰਾਰਤ ਕੀ ਕਰਦੇ ਆ ਕਿ ਜਿਹੜੇ ਬੰਦੇ ਨਾਲ ਠੀਕ ਨਹੀਂ ਪੈਣਾ ਸੀ ਉਹਨਾਂ ਨੂੰ ਰਲ ਜਾਂਦੇ ਆ ਕਿ ਯਾਰ ਤੇਰੇ ਘਰ ਤੋਂ ਨਾ ਅਸੀਂ ਜਿਹੜੇ ਕਿ ਐਸਾ ਇੱਕ ਖਾਲੀ ਪਲਾਟ ਸੀ ਉਹਦਾ ਇੱਕ ਖੋਤਾ ਸੀ ਤੇ ਖੋਤਾ ਚੁੱਕ ਕੇ ਪਲਾਟ ਤੋਂ ਉੱਤੇ ਚੁੱਕ ਕੇ ਤੇ ਘਰ ਦੇ ਕੇ ਤੇ ਵਾਪਸ ਕੋੜੀਆਂ ਤੋਂ ਮਸਲਨ ਇੱਧਰ ਨੂੰ ਖੋਤੇ ਨੇ ਜਾਣਾ ਸਿੱਧਿਆਂ ਇਸ ਚੌਕ 'ਚ ਮੈਂ ਬੈਠਾ ਮੇਰੇ ਸਾਹਮਣੇ ਇਸ ਗਲੀ 'ਚ ਉਹਨੇ ਲੰਘਣਾ ਅੱਗੇ ਜਾਣਾ ਅੱਗੇ ਉਹਦੇ ਘਰ ਤੋਂ ਖੋਤਾ ਜਿਹੜੀ ਖੋਤੂ ਛੱਤ ਤੋਂ ਟਪਾ ਕੇ ਤੇ ਇੰਜ ਵਾਪਸ ਨੂੰ ਲੈ ਆਣਾ ਗਲੀਓਂ ਗਲੀ। ਫਿਰ ਮੈਂ ਇੱਥੇ ਬੈਠਾ ਤੇ ਖੋਤਾ ਤੇ ਮੇਰੇ ਸਾਹਮਣੇ ਅੱਗੇ ਨੂੰ ਗਿਆ ਤੇ ਖੋਤੇ ਨੇ ਫਿਰ ਮੇਰੇ ਸਾਹਮਣੇ ਹੀ ਆਉਣਾ। ਇਹ ਪਲਾਨ ਬਣ ਗਿਆ। ਉਹ ਬੈਠਾ ਹੁੰਦਾ ਉਹਦੇ ਸਾਹਮਣੇ ਇੱਕ ਤਰ੍ਹਾਂ ਖੋਤਾ ਇੰਜ ਲੱਗਦਾ ਉਹ ਵੀ ਰਾਤ ਦੇ 2 ਦੇ ਟਾਈਮ ਖੋਤਾ ਆ ਰਿਹਾ ਅੱਲਾ ਖੈਰ ਕਰੇ ਇਹਦਾ ਉਹ ਜਦੋਂ ਜਾਂਦਾ ਅੱਗੇ ਨੂੰ ਖੋਤਾ ਉਹ ਫਿਰ ਖੋਤਾ ਨਾ ਕੋਈ 15 ਮਿੰਟਾਂ ਬਾਅਦ ਵਾਪਸ ਇੰਜ ਅੱਗੇ ਨੂੰ ਜਾ ਰਿਹਾ ਤੇ ਪਿੱਛੋਂ ਨਾ ਧਿੱਕ ਦੇ ਦਿੰਦਾ ਉਹਦਾ ਜਿਹੜਾ ਮਾਲਕ ਹੁੰਦਾ ਤੇ ਉਹ ਅੱਗੇ ਨੂੰ ਜਾਂਦਾ। ਫਿਰ ਅੱਗੇ ਜਾ ਕੇ ਉਹ ਆਪਣੇ ਉਧਰ ਖੋਲੇ ਤੋਂ ਟੱਪ ਕੇ ਆਪਣੇ ਪਲਾਟ ਤੋਂ ਟੱਪ ਕੇ ਪਰਲੇ ਪਾਸੇ ਆਉਂਦਾ ਫਿਰ ਖੋਤਾ ਚੁੱਕਦਾ ਇੱਧਰ ਤੀਜੀ ਥਾਂ ਫਿਰ ਖੋਤਾ ਲੰਘਦਾ ਨਾ ਉਹ ਬੰਦਾ ਦੌੜ ਲਾ ਤੇ ਨਾਲ ਕੱਪੜੇ ਲਾਣਾ ਸ਼ੁਰੂ ਕਰ ਦਿੰਦਾ ਸਨ। ਮੇਰੇ ਇੱਕ ਵਾਈਫ ਐਸਾ ਰਸਤੇ ਦੇ ਕਿਤੇ ਜਾ ਰਿਹਾ ਤੇ ਉਹਨਾਂ ਬੰਦਾ ਕੋਈ ਨਾ
ਜ਼ਫਰਵਾਲ ਦਾ ਨੂੰ ਕੁੱਤੇ ਲੜਾਉਣ ਦਾ ਬੜਾ ਸ਼ੌਕ ਸੀ। ਉਹਦਾ ਕੁੱਤਾ ਨਾ ਕਿਤੇ ਜਿੱਤ ਕੇ ਆਉਂਦਾ ਕਿ ਉੱਧਰੋਂ ਆਉਂਦਾ ਤੇ ਹੁਣ ਕਹਿੰਦਾ ਜਾਣ ਕੇ ਕਰਦਾ, ਕਹਿੰਦਾ ਕਿ नहीं रैंडम पे कुछ नहीं ਕੌਣ है। ਕੁੱਤਾ ਜਿੱਤਿਆ लगना है उसमें ਅਗੂ ਕਹਿੰਦਾ ਮੈਂ। ਉਹਦਾ ਕੁੱਤਾ ਨਾਲ ਹੁੰਦਾ ਨਾ, ਕਹਿਣਾ ਸੀ ਕਿ ਮਤਲਬ ਕਿਹੜਾ ਕੁੱਤਾ ਜਿੱਤਿਆ, ਕਹਿੰਦਾ ਕੌਣ ਕੁੱਤਾ ਜਿੱਤਿਆ, ਕਹਿੰਦਾ ਮੈਂ। ਅਬਦੁਲ ਕਦੂਸ ਗੱਲ ਸੁਣਾਉਂਦਾ, ਕਹਿੰਦਾ ਕਿ ਸਾਡੇ ਨਾਲ ਪਿੰਡ भाई ये मैं एक और काम भी करते ਉੱਥੇ ਇੱਕ हैं ਬੰਦਾ ਉਹਦਾ ਨਾਮ आपको जो है ना सिल्वर वन पे भेजे थे ਉਹਨਾਂ ਕੋਲ 27 ਸਾਲ ਨਾਲ ਪਾਕਿਸਤਾਨ ਨਹੀਂ ਆਇਆ, ਯੂਰਪ ਗਿਆ ਹੀ ਕਿਤੇ। 27 ਸਾਲ ਬਾਅਦ ਪਾਕਿਸਤਾਨ ਆਉਂਦਾ ਤੇ ਸਾਰਾ ਹੀ ਪਿੰਡ ਕਿਤੇ ਟਰਾਲੀਆਂ ਤੇ ਗੱਡੀਆਂ ਤੇ ਜਾਂਦਾ ਹੈ। ਉਹਨੂੰ ਲੈਣ ਜਾਂਦੇ ਨੇ ਸਾਰੇ, ਟਰਾਲੀਆਂ ਤੇ ਗੱਡੀਆਂ ਤੇ ਸਾਰਾ ਪਿੰਡ ਲੈਣ ਜਾਂਦਾ। ਘਰ ਆ ਕੇ ਜਦੋਂ ਘਰ ਆਉਂਦਾ, ਜਿਹੜੇ ਕੋ ਲੈ ਵੇਖਿਆ ਨਹੀਂ ਹੁੰਦਾ ਜਿਨ੍ਹਾਂ ਨੇ, ਤੇ ਦੂਰੋਂ ਦੂਰੋਂ ਲੋਕੀ ਵੇਖਣ ਆਉਂਦੇ ਕਿਹੜਾ ਬੰਦਾ ਜਿਹੜਾ 27 ਸਾਲ ਬਾਅਦ ਆਇਆ। ਤੇ ਹਾਲੂ ਬਹਾਲ ਹੋਇਆ ਦਾ 45 46 50 ਸਾਲ ਉਮਰ ਹੋਈ ਦੀ ਉਹਦੀ, ਤੇ ਹਜੇ ਸ਼ਾਦੀ ਨਹੀਂ ਕਰਵਾਈ ਦੀ ਉਹਨੇ। ਤੇ ਉਹ ਘਰ ਵਾਲੇ ਨੇ ਕਿਹਾ ਕਿ ਤੇਰਾ ਵਿਆਹ ਸ਼ਾਹ ਕਰਵਾ ਤੇ ਉਹਨਾਂ ਨੂੰ ਕਹਿੰਦਾ ਕਿ ਨਹੀਂ, ਮੈਂ ਫਿਰ ਅਗਲੀ ਦਾ ਪਾਸੇ ਆਵਾਂਗਾ ਤੇ ਉਦੋਂ ਕਰ ਲਾਂਗੇ। ਘਰ ਵਾਲੇ ਕਹਿੰਦੇ ਰੂਮ ਦਾ ਜਿਹੜਾ ਮੁੰਡਾ ਗੱਲ ਸੁਣਦਾ, ਕਹਿੰਦਾ ਉਹਨੂੰ ਵੀ ਕਿਤੇ ਨਾ 4-5 ਸਾਲ ਹੋ ਗਏ ਪਾਕਿਸਤਾਨ ਚ ਚੱਕਰ। ਘਰ ਵਾਲੇ ਨੇ ਕਿਹਾ ਪੁੱਤਰ ਕਿਦੋਂ ਆਉਣਾ, ਤੇ ਉਹ ਕਹਿੰਦਾ ਕਿ ਮੈਂ ਵੀ ਟਊਟ ਹੀ ਬਣ ਗਿਆ। ਉਹ ਕਹਿੰਦਾ ਪੁੱਤਰ ਪਿੰਡ 'ਚ ਇੱਕ ਹੀ ਟਊਟ ਬੜਾ ਹੈ ਤੇ ਤੂੰ ਆ ਜਾ ਚੱਕਰ ਲਾ ਜਾ। ਅਸੀਂ ਨਾ ਕਾਲਜ ਪੜ੍ਹਦੇ ਹਾਂ ਤੇ ਉਦੋਂ ਨਾ VCR ਦਾ ਦੌਰ ਸੀ। ਉਹ ਜਿਹੜਾ ਉਹਦਾ ਅੱਬਾ ਸੀ ਨਾ, ਉਹ ਫਿਲਮਾਂ ਤੋਂ ਬੜੀ ਨਫ਼ਰਤ ਕਰਦਾ ਰਿਹਾ। ਉਹਨੂੰ ਹਰ ਵਕਤ ਨਮਾਜ਼ਾਂ ਦੀ ਤਲਕੀਨ ਕਰਦੀ, ਪੁੱਤਰ ਫਿਲਮ ਚੰਗੀ ਗੱਲ ਨਹੀਂ, ਫਿਲਮਾਂ ਦੇ ਬੜੇ ਖਿਲਾਫ ਸੀ। ਤਾਂ ਉਹ ਹਰ ਬੰਦੇ ਨੂੰ ਸ਼ੌਕ ਹੁੰਦਾ ਯਾਰ ਵੇਖੀ ਦੀ ਦੁਨੀਆ ਕਿਹੋ ਜਿਹੀ ਹੈ, ਫਿਲਮ ਕਿਹੋ ਜਿਹੀ ਹੈ। ਉਹਨੇ ਇੱਕ ਦਿਨ ਸਿਨੇਮੇ ਦਾ ਪ੍ਰੋਗਰਾਮ ਬਣਾਉਂਦਾ, ਸਿਨੇਮੇ ਜਾਂਦਾ, ਇਕੱਲੇ ਟਿਕਟ ਲੈਂਦਾ ਹੈ। ਤੇ ਸਿਨੇਮੇ ਵਿੱਚ ਇਹ ਹੁੰਦਾ ਕਿ ਜਿੰਨੀ ਅੱਗੇ ਦੀ ਟਿਕਟ ਹੈ ਉਨੀ ਸਸਤੀ ਹੁੰਦੀ ਹੈ, ਥੀਏਟਰ ਤੋਂ ਉਲਟ ਹੁੰਦਾ ਹਿਸਾਬ, ਜਿੰਨੀ ਪਿੱਛੇ ਨਾ ਉਹਦੀ ਟਿਕਟ ਮਹਿੰਗੀ ਹੁੰਦੀ ਹੈ। ਉਹ ਜਦੋਂ ਟਿਕਟ ਲੈਂਦਾ ਤੇ ਪਹਿਲੀ ਰੋਜ਼ ਜਿਹੜੀ ਹੁੰਦੀ ਉਹ ਮਹਿੰਗੀ ਹੁੰਦੀ ਹੈ। ਪਹਿਲੀ ਰੋਜ਼ ਵੜਦਾ ਤਾਂ ਬੈਟਰੀ ਮਾਰਦਾ ਨਾ ਲਾਈਟ ਵਗੈਰਾ, ਤੇ ਪਹਿਲੀ ਰੋਜ਼ ਛੱਡ ਕੇ ਦੂਜੀ ਰੋਜ਼ ਵਿੱਚ ਨਾ ਅੱਗੇ ਉਹਦਾ ਅੱਬਾ ਅੱਗੇ ਬੈਠਾ ਹੁੰਦਾ ਮੌਲਵੀ ਸਾਹਿਬ। ਉਹਦੀ ਨਜ਼ਰ ਪੈਂਦੀ ਆ, ਉਸੇ ਪੈਰਾਂ ਤੇ ਵਾਪਸ ਉਹ ਦੌੜ ਲੱਗਦਾ। ਉਹ ਜਿਹੜਾ ਟਾਰਚ ਮਾਰਦਾ ਹੁੰਦਾ ਉਹਨੂੰ ਕਹਿੰਦਾ ਗੱਲ ਤੇ ਸੁਣ ਪੁੱਤਰ ਇੱਧਰ ਆ, ਉਹ ਨਹੀਂ ਗੱਲ ਸੁਣਦਾ ਪੁੱਤਰ। ਉਹ ਵਾਪਸ ਦੌੜਦਾ ਰਾਹ 'ਚ ਨਾ। ਹੁਣ ਉਦੋਂ 15-20 ਰੁਪਏ ਦੀ ਟਿਕਟ ਆਉਂਦੀ ਰਹੀ। 15-20 ਰੁਪਏ ਬੜੀ ਗੱਲ ਸੀ। ਔਰ ਮੈਂ ਚਲ ਸਸਤੇ ਕਿਸੇ ਨੂੰ 5 ਰੁਪਏ ਦੀ ਟਿਕਟ ਦੇ ਦੇਣਾ ਤਾਂ ਕਿ ਉਹਨੂੰ ਪੁੱਛਦੇ ਆਉਣ ਵਾਪਸ। ਫਿਰ ਉਹਨੂੰ ਡਰ ਰੰਬੇ ਦਾ ਪੈਂਦਾ, ਘਰ ਚਲਾ ਜਾਂਦਾ, ਘਰ ਬਹਿ ਜਾਂਦਾ। 2-4 ਘੰਟੇ ਬਾਅਦ ਜਦੋਂ ਫਿਲਮ ਮੁੱਕਦੀ ਤਾਂ ਬਾਅਦ ਘਰ ਆਉਂਦਾ ਤੇ ਅੱਗੇ ਵੇਖਦਾ ਅੱਬਾ ਜੀ ਬਣਾਉਂਦੇ ਉਹ ਤੇ ਸਾਰੀ ਉਮਰ ਤਲਕੀਨ ਕਰਦੇ ਨੇ। ਅੱਬਾ ਜੀ ਘਰ ਪੈਰ ਪਾਉਂਦੇ ਨੇ। ਆਉਂਦੇ ਹੀ ਥੋੜੀ ਦੇਰ ਬਾਅਦ ਅਜ਼ਾਨ ਹੋਣ ਲੱਗ ਜਾਂਦੀ ਹੈ, ਨਮਾਜ਼ ਪੜ੍ਹ ਪੁੱਤਰ, ਅੱਲਾਹ ਤਾਲਾ ਨੇ ਸਾਰਾ ਕੁਛ ਇੱਥੇ ਆਇਆ। ਉਹ ਅੱਬੇ ਵੱਲ ਵੇਖੇ, ਕਹਿੰਦਾ ਅੱਬਾ ਜੀ ਸਾਰਾ ਕੁਝ ਇੱਥੇ ਰਿਹਾ ਹੀ ਨਾ, ਫਿਲਮ ਤੁਸੀਂ ਉੱਥੇ ਛੱਡ ਆਏ। ਫਿਰ ਉਹਨੇ ਵੀ ਕਿਹਾ ਉਹ ਅੱਬਾ ਜੀ ਮੇਰਾ ਤੇ ਉੱਥੇ ਹੀ ਰਿਹਾ ਕਿ ਮੈਂ 15 ਰੁਪਏ ਉੱਥੇ ਹੀ ਛੱਡ ਦਿੰਦਾ। ਤੇ ਸ਼ੇਅਰਿੰਗ 'ਚ ਰਹਿੰਦਾ ਰਿਹਾ। ਪਾਕਿਸਤਾਨ ਮੰਡੀ ਭਾਉ ਦੀ ਕਮਰ ਨਾ ਜੀ ਉਹਨਾਂ ਸਿੰਗਰ ਕਹਿੰਦੇ। ਤੇ ਉਹ ਕੀ ਸੀ ਬਸ ਹਾਲਾਤ ਰੋਜ਼ ਵਿਚਾਰਾ ਪੜ ਰਹੀ ਸੀ, ਲੇਕਿਨ ਅੱਛਾ ਮੁੰਡਾ ਸੀ ਦੇਵਦਾਰ। ਇੱਕ ਦਿਨ ਇੱਕ ਤਾਂ ਅਸੀਂ ਰੂਮ ਦੇ ਨਾਲ ਹਰ ਹਫ਼ਤੇ ਬਾਅਦ ਸੱਤ ਹੁੰਦੇ, ਮਹੀਨੇ ਬਾਅਦ ਜਾਂ ਹਫ਼ਤੇ ਬਾਅਦ ਅਸੀਂ ਸਫਾਈ ਕਰਦੇ। ਹੁਣ ਉਹਦਾ ਬੈੱਡ ਨਾਲ ਥੱਲੇ ਸੀ, ਅਸੀਂ ਕੀ ਕਰਨਾ ਉਹਦੇ ਬੈੱਡ ਤੇ ਨਾਲ ਅਸੀਂ ਨਾ 10 ਦਾ ਨੋਟ ਰੱਖ ਦਿੰਦੇ, 10 ਦੇ ਅੰਦਰ ਸਫਾਈ ਕਰਦੇ ਦੂਰ ਖੜਾ ਹੁੰਦਾ। ਉਹ ਵੇਖਦਾ ਮੇਰੇ ਬੈੱਡ ਤੇ 10 ਦਾ ਨੋਟ ਪਿਆ, ਜਾਂਦਾ 10 ਦਾ ਨੋਟ ਫੜ ਲੈਂਦਾ। ਜਦੋਂ ਪਰਚੇ ਪਾਉਂਦੇ ਨਾ ਅਸੀਂ ਹੱਥ 'ਚ ਫੜ ਲੈਂਦੇ, ਇਹ ਕਹਿੰਦਾ ਉਹ ਵਾਪਸ ਕਰ ਦਿੰਦਾ। ਅਸੀਂ ਆਪ ਰੱਖੇ ਨੇ ਅੱਜ ਤੱਕ ਪਰਚੇ 10 ਰੁਪਏ ਹੋਏ ਨੇ। ਉਹ ਕਹਿੰਦਾ ਠੀਕ ਹੈ ਮੈਨੂੰ ਵੀ ਪਤਾ ਵਾ, ਮੈਂ 10 ਰੁਪਏ ਭੁੱਖਾ ਨਹੀਂ, ਮੈਂ 10 ਰੁਪਏ ਦਾ ਮੈਂ ਤੁਹਾਨੂੰ ਬੋਤਲ ਪਿਆ ਦਿੰਦਾ। ਐਸੀ ਕਿਹੜੀ ਗੱਲ, ਅਸੀਂ 10 ਵਾਪਸ ਲੈ ਲੈਂਦੇ ਹਾਂ। ਕੋਈ ਫਿਰ ਨਾ 2 ਹਫ਼ਤੇ ਬਾਅਦ ਸਫਾਈ ਦੀ ਵਾਰੀ ਆਉਂਦੀ। ਸਫਾਈ ਕਰਦੇ ਇੱਕ ਮੁੰਡਾ 500 ਦਿਰਹਮ ਦਾ ਨੋਟ ਉੱਧਰ ਰੱਖ, ਠੀਕ ਹੈ। ਤੇ ਦੂਰੋਂ ਵੇਖ ਕੇ ਕਹਿੰਦਾ ਕਿਸੇ ਦਾ 500 ਦਿਰਹਮ ਡਿੱਗਾ ਯਾਰ ਫੜ ਲੈ। ਉਹਨੂੰ ਪਤਾ ਹੀ ਉਹਨਾਂ ਗਾਣੇ ਗੁਣੇ ਗਾਉਂਦਾ ਹੀ, ਤੈਨੂੰ ਪਿਆਰ ਨਾਲ ਸਿੰਗਰ ਕਹਿੰਦੇ ਆ। ਅਸੀਂ ਪਲਾਨ ਕੀ ਬਣਾਉਂਦੇ ਹਾਂ ਕਿ ਰੂਮ ਦਾ ਮੁੰਡਾ ਹੁੰਦਾ, ਉਹਦੇ ਨਾਲ ਮੈਂ ਮਿਲ ਕੇ ਪਲਾਨ ਬਣਾਉਣਾ। ਤੇ ਇੰਡੀਆ ਦਾ ਇੱਕ ਮੁੰਡਾ, ਉਹਦਾ ਨਾਂ ਸ਼ਰਮਾ ਹੁੰਦਾ, ਉਹਦੇ ਨਾਲ ਗੱਪਸ਼ਪ ਕਰਵਾਉਣਾ। ਤੇ ਉਹ ਕਹਿੰਦਾ ਕਿ ਕੁਦਰਤ ਨਰੈਣ ਜਿਹੜਾ ਨਾ ਮੇਰਾ ਇੰਡੀਆ ਦਾ ਸਿੰਗਰ ਹੈ, ਉਹ ਮੇਰਾ ਨਾ ਦੂਰੋਂ ਪਾਰੋਂ ਦੀ ਯਾਰ ਦੋਸਤ ਦਾ ਉਹਨਾਂ ਰਿਸ਼ਤੇਦਾਰ, ਤੇ ਮੈਂ ਉਹਦੇ ਨਾਲ ਤੁਹਾਨੂੰ ਮਿਲਾ ਸਕਦਾ। ਤੇ ਨਾ ਰਾਤ ਨੂੰ 12 ਵਜੇ ਸਾਡਾ ਕੀ ਪਲਾਨ ਬਣਦਾ, ਅਸੀਂ ਨਾ ਸਿੰਗਰ ਨੂੰ ਨਾ ਆਪਣੇ ਰੂਮ ਦਾ ਮੁੰਡਾ ਸਾਈਡ ਤੋਂ ਹੋ ਕੇ ਕਾਲ करता है कि मैं उदित नारायण का सेक्रेटरी बोल रहा हूँ, तो आपका दुबई बार में इंटरव्यू आपका दिया, मुझे फलाने बंदे ने आपका नंबर दिया है, फलाने रेफरेंस से बोल रहा हूँ। तो सिंगर मेरे को लाता मुझे कॉल आई, इन्नी देर ना उही मैं ਉਹਦਾ ਨਾਂ ਨਾ
ਮਿਊਜ਼ਿਕ ਡਾਇਰੈਕਟਰ ਦੇ ਨਾਮ ਤੋਂ ਸੇਵ ਕੀਤਾ ਹੁੰਦਾ। ਮੈਨੂੰ ਕਾਲ ਆਉਂਦੀ ਹੈ ਮੈਂ ਐਡਿਟ ਕਰ ਦਿੰਦਾ ਉਹਦਾ ਨਾਮ, ਮੈਨੂੰ ਕਾਲ ਆਉਂਦੀ ਹੈ ਐਨੀ ਦੇਰ 'ਚ ਮੇਰੇ ਨਾਲ ਗੱਲ ਕਰ ਰਿਹਾ ਹੁੰਦਾ ਜੀ ਜੀ ਹਾਂ ਸ਼ਰਮਾ ਭਾਈ ਤੁਹਾਡੀ ਬੜੀ ਮਿਹਰਬਾਨੀ, ਵਾਕਈ ਯਾਰ ਮੁੰਡਾ ਅਗਰ ਟੁੱਟ ਜਾਏਗਾ ਇੰਡੀਅਨ ਆਈਡੀਅਲਸ ਵਿੱਚ ਜਾਂ ਕਿਤੇ ਵੀ ਤਾਂ ਅਸੀਂ ਤੁਹਾਨੂੰ ਯਾਦ ਰੱਖਾਂਗੇ, ਤੁਹਾਡੀ ਬੜੀ ਮਿਹਰਬਾਨੀ। ਮੈਨੂੰ ਕਹਿੰਦਾ ਬਲਾਲ ਭਈਆ ਮੇਰੇ ਖਿਆਲ ਨਾਲ ਉਹੀ ਸ਼ਰਮਾ ਜਿਹੜਾ ਸਾਡੇ ਕੋਲ ਆਉਂਦਾ ਹੈ। ਹੁਣ ਅਸੀਂ ਰਾਤ ਨੂੰ ਵੀ ਕਰਨੇ ਆ, ਰਾਤੋਂ ਰਾਤ 12 ਗਰਮੀ ਦੇ ਦਿਨ ਨੂੰ ਉਹਨੂੰ ਅਸੀਂ ਨਹਾਉਂਦੇ ਆ, ਸਵੇਰੇ ਡਿਊਟੀ ਤੇ ਵੀ ਜਾਣਾ। ਪੈਂਟ ਕੋਟ ਕਿਸੇ ਦਾ, ਬੂਟ ਕਿਸੇ ਦੇ, ਟਾਈ ਕਿਸੇ ਦੀ, ਪਰਫਿਊਮ ਲਾ ਰਿਹਾ ਨਾਲ ਹੀ। ਅਸੀਂ ਕਹਿੰਦੇ ਕਿ ਅੱਛਾ ਜਾ ਕੇ ਸਭ ਤੋਂ ਪਹਿਲਾਂ ਐਡੀਸ਼ਨ ਵਿੱਚ ਕਿਹੜਾ ਗਾਣਾ ਸੁਣਾਉਣਾ, ਤੇ ਅਸੀਂ ਕਹਿੰਦੇ ਇਸ ਤਰ੍ਹਾਂ ਕਰ ਕੋਈ ਇੱਕ ਤਾਂ ਰਿਹਰਸਲ ਸਾਨੂੰ ਸੁਣਾਓ ਜਿਹੜਾ ਕੋਈ ਐਡੀਸ਼ਨ ਵਿੱਚ ਸੁਣਾਉਣਾ ਹੈ। ਉਹਨਾਂ ਰਾਤ ਦੇ 2 ਵਜੇ ਨਾ ਉੱਚੀ ਆਵਾਜ਼ 'ਚ ਮੁਝੇ ਨੀਂਦ ਨਾ ਆਏ ਮੁਝੇ ਚੈਨ ਨਾ ਆਏ, ਤੇ ਉੱਚੀ ਆਵਾਜ਼ 'ਚ ਸਾਨੂੰ ਸੁਣਾਉਣਾ ਸ਼ੁਰੂ ਕਰ ਦਿੰਦੇ। ਪਹਿਲੇ ਕਹਿੰਦਾ ਯਾਰ ਮੈਂ ਉੱਚੀ ਗਾਵਾਂਗਾ ਤੇ ਕੋਈ ਬੰਦਾ ਯਾਰ ਕੋਈ ਹੋਰ ਇਤਰਾਜ਼ ਨਾ ਕਰੇ ਰੂਮ ਵਾਲਾ। ਹੀ ਕਹਿੰਦਾ ਯਾਰ ਇਹ ਬੰਦੇ ਨੇ ਤੈਨੂੰ ਯਾਦ ਕਰਨਾ ਕਿ ਯਾਰ ਇਹਨੇ ਦਾਬੇ ਮਾਰੇ, ਉੱਚੀ ਆਵਾਜ਼ 'ਚ ਕਹਿੰਦੇ ਨੇ ਬੰਦੇ ਵਾਕਈ ਨਾਲ ਰੂਮ ਵਾਲੇ ਉਹਨੂੰ ਗੁੱਸੇ ਹੁੰਦੇ ਨੇ ਕਿ ਅਸੀਂ ਸੋਣਾ ਸਵੇਰੇ ਕੰਮਾਂ ਤੇ ਜਾਣਾ ਹੈ। ਰਾਤ ਦੇ ਕੋਈ 2 ਵਜੇ ਨੂੰ ਤਿਆਰ ਸ਼ਾਰ ਕਰਕੇ ਵਰਲਡ ਟ੍ਰੇਡ ਸੈਂਟਰ ਨੂੰ ਮੈਂ ਲੈ ਜਾਂਦਾ ਟੈਕਸੀ ਤੇ ਲੈ ਕੇ ਉੱਥੇ ਇੱਕ ਕਾਲਾ ਕੱਲੇ ਨਾ ਸਕਿਉਰਟੀ ਵਾਲਾ ਫਿਰ ਰਿਹਾ ਹੁੰਦਾ, ਉਹਨੂੰ ਹੀ ਜਾ ਕੇ ਮੈਂ ਕਹਿੰਦਾ ਕਿ ਯਾਰ ਹੁਣ ਉਹਦੇ ਨਾਲ ਗੱਲ ਕਰਦਾ, ਉਹਨੂੰ ਕਹੇ ਉਦਤ ਨਰਿਆਣ ਨਾਲ ਮੈਂ ਮਿਲਣਾ, ਤੇ ਉਹ ਅੰਦਰ ਹੀ ਹੋਣਾ ਕਿਹੜੇ ਹਾਲ 'ਚ। ਠੀਕ ਹੈ, ਖੈਰ ਹਾਸਾ ਵੀ ਬੜਾ ਹੈ, ਕਾਲਿਆਂ ਤੈਨੂੰ ਲੰਮਾ ਪਾ ਲੈਣਾ ਕਿ ਤੂੰ ਮੈਨੂੰ ਮਜ਼ਾਕ ਕਰ ਰਿਹਾ ਇਸ ਪਹਿਲਾਂ ਮੇਰੇ ਵਿੱਚ ਕਿਹੜਾ ਉਦਤ ਨਰਿਆਣ। ਉਸ ਤੋਂ ਬਾਅਦ ਫਿਰ ਅਸੀਂ ਉਹਦੇ ਨਾਲ ਫਿਰ ਕੀ ਖੇਡਨੇ ਕਿ ਇਸ ਤਰ੍ਹਾਂ ਕਰ ਉਦਤ ਨਰਿਆਣ ਨੇ ਫੋਨ ਕੀਤਾ ਕਿ ਮੈਂ ਇਸ ਟਾਈਮ ਨਾ ਸਾਡੇ ਉੱਥੋਂ ਆਡੀਸ਼ਨ ਖਤਮ ਹੋ ਗਈ, ਤੂੰ ਦੁਬਈ ਵਾਲ ਆ ਜਾਏ। ਉਹਨੂੰ ਰਾਤ ਅਸੀਂ ਕਹਿੰਦੇ ਕਿ ਟੈਕਸੀ ਤੇ ਇਸ ਤਰ੍ਹਾਂ ਟੈਕਸੀ ਫੜ ਦੁਬਈ ਵਾਲ ਪਹੁੰਚ, ਉੱਥੇ ਨੂੰ ਇੰਟਰਵਿਊ ਹੈ, ਅਸੀਂ ਇੱਥੇ ਲੇਟ ਹੋ ਗਏ। ਚੰਗੀ ਉਹਦੇ ਨਾਲ ਇਸ ਤਰ੍ਹਾਂ ਸਟੋਰੀ ਖੇਡਦੇ ਆ। ਉਸ ਬੰਦੇ ਨਾਲ ਅਸੀਂ ਕਿੰਨੀ ਦੇਰ ਤੱਕ ਅੱਗੇ ਬਾਅਦ ਖੇਡਦੇ ਰਹਿਣਾ, ਉਹਦੇ ਨਾਲ ਰਹਿਣਾ ਵੀ ਫਲਾਣੀ ਜਗ੍ਹਾ ਚੱਲ ਗਿਆ ਰੱਬ। ਸਾਡੀ ਇੱਕ ਅੱਲਾ ਦੀ ਮਾਸੀ ਤੇ ਉਹ ਨਾ ਸਿਰਫ ਸਾਨੂੰ ਹੀ ਕੰਮ ਕਹਿੰਦੀ ਸੀ ਕਸਰ, ਉਹਨੇ ਕਦੀ ਆਪਣੇ ਘਰ ਵਾਲਿਆਂ ਨੂੰ ਕੋਈ ਕੰਮ ਨਹੀਂ ਕੀਤਾ। ਮੈਂ ਹੁਣ ਤੰਗ ਆ ਗਿਆ ਨਾ ਕਿ ਕਿਵੇਂ ਮੈਂ ਜਾਨ ਛਡਾਵਾਂ। ਇੱਕ ਦਿਨ ਕਹਿੰਦੀ ਪੁੱਤਰ ਐਸਾ ਕਰ 2 ਕਿਲੋ ਆਲੂ ਤੇ ਲੈ ਕੇ ਆ। ਮੈਂ ਕੀ ਕਰਨਾ, ਮੈਂ ਪੈਸੇ 2 ਕਿਲੋ ਦੇ ਕੱਟਣਾ ਤੇ ਸਿਰਫ 2 ਆਲੂ ਵੀ ਫੜਨਾ, 2 ਆਲੂ ਵੀ ਲੈਣਾ ਤੇ ਉਹ ਗਿੱਲੇ ਕਰ ਲੈਣਾ ਤੇ ਛਾਪਰ ਥੋੜਾ ਪਾੜ ਲੈਣਾ ਤੇ ਲੈ ਜਾਣਾ। ਮੈਂ ਕਹਿੰਦਾ ਖਾਲਾ ਜੀ ਆਲੂ ਉਹਨੇ ਕਿਹਾ ਪੁੱਤਰ 2 ਕਿਲੋ ਪਏ ਨਾ। ਮੈਂ ਕਿਹਾ ਮੈਨੂੰ ਠੇਡਾ ਲੱਗਾ ਸੀ ਤੇ ਮੈਂ ਨਾਲੀ 'ਚ ਡਿੱਗ ਗਿਆ। ਉਹਨੇ ਕਿਹਾ ਚਲੋ ਠੀਕ ਹੈ ਮੈਂ ਬਕਾਇਆ ਪੈਸੇ ਦੇਣਾ। ਉਹ ਮੈਨੂੰ ਕੰਮ ਨਹੀਂ ਕਹਿੰਦੇ, ਹਾਲਾਂਕਿ ਪੁੱਤਰ ਕੋਲ ਹੀ ਸੁੱਤਾ ਹੁੰਦਾ, ਜਾਗਦਾ ਵੀ ਫਿਰ ਵੀ ਨਹੀਂ ਕਦੀ ਕੰਮ ਭੇਜਿਆ ਉਹਨਾਂ ਨੇ। ਕੋਈ 4-5 ਦਿਨਾਂ ਬਾਅਦ ਨਾ ਫਿਰ ਮੈਨੂੰ ਕਹਿੰਦਾ ਪੁੱਤਰ ਕੋਈ ਅੱਧੀ ਦਰਜਨ ਆਂਡੇ ਤੇ ਲੈ ਆਇਆ। ਮੈਂ ਕੀ ਕਰਨਾ ਕਿ ਉਹਨਾਂ ਦੀ ਪੌੜੀਆਂ ਚੜ੍ਹਨਾ, ਆਂਡੇ ਲੈ ਕੇ ਆ ਜਾਂਦਾ। ਉਹਨਾਂ ਦੀ ਮੈਂ ਪੌੜੀਆਂ ਚੜ੍ਹਨਾ, ਪੌੜੀਆਂ ਤੇ ਅੰਡੇ ਸਾਰੇ ਤੋੜ ਦੇਣਾ, ਉਹ ਸ਼ਾਪਰ ਤੇ ਸਾਰੇ ਆਂਡੇ ਮਿਕਸ ਹੋ ਜਾਂਦੇ ਨੇ। ਹੁਣ ਉੱਤੇ ਮੈਂ ਛਾਤੇ ਲੈ ਕੇ ਜਾਣਾ, ਮੈਂ ਕਹਿੰਦਾ ਪੱਲਾ ਯੈਲੋ ਆਂਡੇ ਕੀ ਹੋਇਆ, ਨਾਲ ਮੈਂ ਕੋਨੀ ਫੜੀ ਹੁੰਦੀ ਹੈ ਪੱਲਾ ਜੀ ਰਗੜਾ ਲੱਗੀ ਨੇ। ਉਹ ਪੱਲਾ ਘਰ ਵਾਲੇ ਕਹਿੰਦੇ ਐਸ ਉੱਤਰ ਜਾਣ ਨੂੰ ਕੋਈ ਕੰਮ ਨਾ ਭੇਜਿਓ ਕੋਈ।